ਬਿਨਤ ਕਰੋ ਅਰਦਾਸ ਸੁਨੋ। ਬਿਨਤ ਕਰੋ ਅਰਦਾਸ ਸੁਨੋ। ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ। ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ। ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ। ਜਨ ਨਾਨਕ ਗੁਰ ਪਰ ਬ੍ਰਹਮ। ਤੂੰ ਸੁਲਤਾਨ ਕਹਾਂ ਹੋ ਮੀਆਂ। ਤੇਰੀ ਕਵਨ ਵਡਾਈ। ਜੋ ਤੂੰ ਦੇਹਿ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਜੁਗੋ ਜੁਗ ਅਟਲ ਬਾਣੀ ਕੇ ਗੋਬਿੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਗੋਲ ਅੰਦਰ ਦੀਨ ਦੁਨੀ ਦੇ ਮਾਲਕ ਜਾਹਰ ਪੀਰ ਜਗਤਪੁਰ ਬਾਬਾ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨ ਪ੍ਰਕਾਸ਼ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾ ਰਹੇ ਗੁਰੂ ਪਿਆਰੇ ਗੁਰੂ ਸਵਾਰਿਓ, ਬੜੇ ਹੀ ਪਿਆਰ ਸਤਿਕਾਰ ਅਦਬ ਸਹਿਤ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਡਿਠੇ ਸਭੇ ਥਾਂ ਨਹੀਂ ਤੁਧ ਜਿਹਿਆ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਸਾਇਆ ਹੋਇਆ ਨਗਰ, ਜਿਸ ਦੇ ਬਾਬਤ ਗੁਰਬਾਣੀ ਦੇ ਬੋਲ ਨੇ ਕਿ ਐਸਾ ਅਸਥਾਨ ਜਗਤ ਦੇ ਅੰਦਰ ਹੋਰ ਕੋਈ ਦੂਜਾ ਨਹੀਂ। ਨਗਰ ਪਹਿਲਾਂ ਵੀ ਵਸਦੇ ਆਏ ਨੇ, ਅਗਾਂਹ ਵੀ ਵਸਦੇ ਰਹਿਣਗੇ, ਪਰ ਜਿਹੜਾ ਨਗਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਜਾਂ ਕਹਿ ਲਈਏ ਗੁਰੂ ਨਾਨਕ ਜੋਤ ਦੇ ਚੌਥੇ ਸਰੀਰ ਨੇ ਵਸਾ ਦਿੱਤਾ, ਵੈਸਾ ਨਗਰ ਹੋਰ ਕੋਈ ਨਹੀਂ। ਜਿੱਥੇ ਨਿਆਸਰੇ ਨੂੰ ਆਸਰਾ ਵੀ ਮਿਲਦਾ ਹੈ, ਭੁੱਖੇ ਨੂੰ ਰੋਟੀ ਵੀ ਮਿਲਦੀ ਹੈ, ਨੰਗੇ ਢਕਣ ਦੇ ਲਈ ਵਸਤਰ ਵੀ ਮਿਲਦਾ ਹੈ, ਤੇ ਕੇਵਲ ਸੰਸਾਰ ਦੀਆਂ ਦਾਤਾਂ ਹੀ ਕੋਈ ਨਹੀਂ। ਇੱਕ ਵਾਰ ਕੋਈ ਭਾਵਨਾ ਲੈ ਕਰਕੇ ਇਸ ਪਾਵਨ ਨਗਰੀ ਦੇ ਵਿੱਚ ਆ ਜਾਏ, ਮੇਰਾ ਮਾਲਕ ਕਿਰਪਾ ਕਰਦਾ ਹੈ, ਉਸ ਨੂੰ ਦੁਨੀ ਦੇ ਨਾਲ ਨਾਲ ਦੀਨ ਦੇ ਦਰਗਾਹ ਦੇ ਸੁੱਖਾਂ ਦੇ ਨਾਲ ਵੀ ਮਾਲੋ ਮਾਲ ਕਰ ਦਿੰਦਾ ਹੈ। ਇਹ ਪਿਰਤ ਕੋਈ ਨਵੀਂ ਨਹੀਂ ਸੀ ਪਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਤੋਂ ਪਹਿਲਾ ਨਗਰ ਵਸਾਇਆ ਸੀ ਕਰਤਾਰਪੁਰ, ਜਿਸ ਦੇ ਦਰਸ਼ਨ ਦਿਦਾਰੇ ਬੜੀਆਂ ਲੰਮੀਆਂ ਉਡੀਕਾਂ ਤੋਂ ਬਾਅਦ ਅਰਦਾਸਾਂ ਬੇਨਤੀਆਂ ਕਰ ਕਰਕੇ ਮੇਰੇ ਮਾਲਕ ਨੇ ਤਰੁੱਠ ਕਰਕੇ ਸਾਨੂੰ ਅੱਜ ਬਖਸ਼ੇ ਨੇ। ਵਡਭਾਗੇ ਨੇ ਉਹ ਜੀਵ ਜਿਹੜੇ ਸਰਹੱਦਾਂ ਟੱਪ ਕੇ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਦੀਆਂ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਵਸਾਇਆ। ਗੁਰੂ ਅੰਗਦ ਦੇਵ ਮਹਾਰਾਜ
ਜਦੋਂ ਲਹਿਣੇ ਤੋਂ ਅੰਗਦ ਬਣਦੇ ਨੇ, ਗੁਰਦੇਵ ਨੇ ਉਹਨਾਂ ਨੂੰ ਕਰਤਾਰਪੁਰ ਤੋਂ ਵਾਪਸ ਖਡੂਰ ਸਾਹਿਬ ਭੇਜ ਦਿੱਤਾ। ਤੁਸੀਂ ਇੱਥੇ ਨਹੀਂ ਰੁਕਣਾ, ਖਡੂਰ ਸਾਹਿਬ ਜਾਓ, ਉੱਥੇ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਦੂਜੇ ਪਾਤਸ਼ਾਹ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਬਣਨ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਤੁਸੀਂ ਇੱਥੇ ਟਿਕਾਣਾ ਨਹੀਂ ਕਰਨਾ। ਬਿਆਸਾ ਦੇ ਕੰਢੇ ਤੇ ਗੋਇੰਦਵਾਲ ਗੋਇੰਦੇ ਖੱਤਰੀ ਦੇ ਵੱਲੋਂ ਦਿੱਤੀ ਹੋਈ ਜ਼ਮੀਨ ਦੇ ਉੱਤੇ ਨਗਰ ਵਸਾਉਣਾ ਹੈ, ਜਿਹਨੂੰ ਗੋਇੰਦਵਾਲ ਅਸੀਂ ਅੱਜ ਕਹਿੰਦੇ ਹਾਂ। ਤੀਜੇ ਪਾਤਸ਼ਾਹ ਨੇ ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਇਸ ਥਾਂ ਤੇ ਨਹੀਂ ਰੁਕਣਾ, ਤੁਸੀਂ ਇੱਕ ਨਗਰ ਵਸਾਓ ਜਿਸ ਦਾ ਨਾਮ ਚੱਕ ਰਾਮਦਾਸਪੁਰ ਸੀ, ਬਾਅਦ ਵਿੱਚ ਅੱਜ ਦਾ ਨਾਮ ਅੰਮ੍ਰਿਤਸਰ ਪਿਆ ਹੈ। ਗੁਰੂ ਨਾਨਕ ਦੀ ਜੋਤ ਨੇ ਜਦੋਂ ਸਰੀਰ ਬਦਲਿਆ ਉਦੋਂ ਟਿਕਾਣਾ ਵੀ ਬਦਲ ਲਿਆ, ਨਵੇਂ ਨਵੇਂ ਨਗਰ ਆਬਾਦ ਕੀਤੇ। ਇਹਦਾ ਕਾਰਨ ਕੀ ਹੈ? ਇੱਕ ਕਾਰਨ ਇਹ ਹੈ ਕਿ ਜਦੋਂ ਤੁਸੀਂ ਆਪਣੀ ਸੋਚ ਲੈ ਕਰਕੇ ਚੱਲਦੇ ਹੋ, ਮਤ ਲੈ ਕੇ ਚੱਲਦੇ ਹੋ, ਇੱਕ ਐਸੀ ਮਤ ਜਿਹੜੀ ਪ੍ਰਚਲਿਤ ਮਤਾਂ ਤੋਂ, ਪ੍ਰਚਲਿਤ ਵਿਚਾਰਾਂ ਤੋਂ ਵੱਖਰੀ ਹੈ, ਤੇ ਇਹ ਗੱਲ ਸੁਭਾਵਿਕ ਹੈ ਕਿ ਪੁਰਾਣੀ ਮਤ ਦੇ ਧਾਰਨੀ ਲੋਕ ਜਿਹੜੇ ਕਾਬਜ ਧਿਰ ਬਣ ਕੇ ਬੈਠੇ ਨੇ, ਉਹ ਤੁਹਾਡੀ ਮਤ ਨੂੰ ਪਣਪਣ ਨਹੀਂ ਦੇਣਗੇ, ਜ਼ਰੂਰ ਦਬਾਉਣ ਦਾ ਯਤਨ ਕਰਨਗੇ। ਤੇ ਜਦੋਂ ਤੁਸੀਂ ਕਿਸੇ ਪਰਾਏ ਦੇ ਅਧੀਨ ਰਹੋਗੇ, ਉਦੋਂ ਤੁਸੀਂ ਆਪਣੀ ਮਤ ਨੂੰ ਵਿਕਸਿਤ ਕਰ ਹੀ ਨਹੀਂ ਸਕਦੇ। ਤੁਹਾਨੂੰ ਆਪਣੀ ਮਤ ਵਿਕਸਿਤ ਕਰਨ ਦੇ ਲਈ ਆਜ਼ਾਦੀ ਚਾਹੀਦੀ ਹੈ, ਆਜ਼ਾਦੀ ਵਾਲਾ ਮਾਹੌਲ ਚਾਹੀਦਾ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹੀ ਕੀਤਾ, ਆਪਣੇ ਨਗਰ ਆਬਾਦ ਕੀਤੇ ਜਿੱਥੇ ਗੁਰਮਤਿ ਦੀ ਗੱਲ ਖੁੱਲ੍ਹ ਕੇ ਕੀਤੀ ਜਾ ਸਕੇ, ਜਿੱਥੇ ਗੁਰਮਤਿ ਦੇ ਸਿਧਾਂਤਾਂ ਨੂੰ ਖੁੱਲ੍ਹ ਕੇ ਲਾਗੂ ਕੀਤਾ ਜਾ ਸਕੇ ਤੇ ਪ੍ਰਚਾਰਿਆ ਜਾ ਸਕੇ। ਇਸੇ ਤਰ੍ਹਾਂ ਦੀ ਇੱਕ ਵਿਚਾਰ ਲੈ ਕਰਕੇ ਸਤਿਗੁਰਾਂ ਦੇ ਜੀਵਨ ਦੇ ਵਿੱਚ ਆਪਾਂ ਝਾਤ ਮਾਰਨ ਦਾ ਯਤਨ ਕਰਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਮੁੱਚਾ ਜੀਵਨ ਸਾਗਰ ਦੇ ਵਾਂਗੂ ਵਿਸ਼ਾਲ ਹੈ, ਗੁਣ ਸਾਗਰ ਦੀਆਂ ਬੂੰਦਾਂ ਦੇ ਵਾਂਗੂ ਅਣਗਿਣਤ ਨੇ। ਸਾਡੀ ਪਾਇਆ ਨਹੀਂ ਗੁਰੂ ਦੀ ਉਪਮਾ ਨੂੰ ਸੰਪੂਰਨ ਤੌਰ ਤੇ ਬਿਆਨ ਕਰ ਸਕੀਏ, ਫਿਰ ਵੀ ਯਤਨ ਕਰਾਂਗੇ। ਜਿਤਨੇ ਕੋ ਸੇਵਾ ਮੇਰੇ ਮਾਲਕ ਦੀ ਲੈ ਲੈਣ, ਆਪ ਸਮੂਹ ਸੰਗਤ ਰਸਨਾ ਨੂੰ ਪਵਿੱਤਰ ਕਰਦੇ ਹਾਂ। ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਦੇ ਹਾਂ। ਆਪਣੀ ਰਸਨਾ ਤੋਂ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਗੁਰਦੇਵ ਦੇ ਪ੍ਰਗਟ ਹੋਣ ਦੇ ਨਾਲ ਪ੍ਰਕਾਸ਼ ਹੋ ਗਿਆ, ਤੇ ਨਾਲ ਹੀ ਭਾਈ ਸਾਹਿਬ ਜੀ ਨੇ ਇਹ ਵੀ ਜ਼ਿਕਰ ਕੀਤਾ ਕਿ ਧੁੰਦ ਮਿਟ ਗਈ। ਵਿਦਵਾਨਾਂ ਨੇ ਅਰਥ ਕੀਤਾ ਕਿ ਦੇਖੋ, ਹਨੇਰੇ ਨੂੰ ਦੂਰ ਕਰਨਾ ਸੁੱਖ ਹੈ, ਪਰ ਪ੍ਰਕਾਸ਼ ਦੇ ਵੇਲੇ ਜਿਹੜਾ ਹਨੇਰਾ ਹੋ ਜਾਏ ਉਹਨੂੰ ਦੂਰ ਕਰਨਾ ਬੜਾ ਔਖਾ ਹੈ। ਰਾਤ ਦੇ ਹਨੇਰੇ ਦੇ ਵਿੱਚ ਕੋਈ ਵੱਡੀ ਗੱਲ ਨਹੀਂ, ਤੁਸੀਂ ਇੱਕ ਦੀਵਾ ਬਾਲ ਲਓ, ਇੱਕ ਮੋਮਬੱਤੀ ਬਾਲ ਲਓ, ਅੱਜ ਕੱਲ੍ਹ ਬੈਟਰੀਆਂ ਨੇ ਉਹ ਬਾਲ ਲਈਏ, ਤੇ ਜਿੰਨਾ ਮਰਜ਼ੀ ਗਹਿਰਾ ਹਨੇਰਾ ਹੋਵੇ ਉੱਥੇ ਚਾਨਣ ਹੋ ਜਾਂਦਾ ਹੈ, ਕੋਈ ਔਖਾ ਨਹੀਂ। ਪਰ ਜੇਕਰ ਦਿਨ ਚੜਿਆ ਹੋਇਆ ਹੈ, ਸੂਰਜ ਹੈ, ਪਰ ਬਾਵਜੂਦ ਇਸ ਦੇ ਕਿਤੇ ਕੋਈ ਹਨੇਰ ਛਾ ਗਿਆ, ਕੋਈ ਮਿੱਟੀ ਅਸਮਾਨ ਤੇ ਚੜ ਗਈ, ਜਾਂ ਦਿਨੇ ਕਿਤੇ ਬੱਦਲ ਗਹਿਰੇ ਹੋ ਕਰਕੇ ਸੂਰਜ ਨੂੰ ਲੁਕੋ ਲੈਣ, ਜਾਂ ਸਰਦੀਆਂ ਦੇ ਅੰਦਰ ਧੁੰਦ ਦਾ ਸਮਾਂ ਹੁੰਦਾ ਹੈ, ਉਸ ਵੇਲੇ ਫਿਰ ਉਹ ਪ੍ਰਕਾਸ਼ ਦੇ ਸੋਮੇ ਜਿਹੜੇ ਸਾਡੇ ਕੋਲ ਨੇ ਉਹ ਕੰਮ ਨਹੀਂ ਆਉਂਦੇ। ਅਸੀਂ ਵੇਖਦੇ ਹਾਂ ਧੁੰਦ ਦੇ ਵਿੱਚ ਜਦੋਂ ਅਸੀਂ ਸਫ਼ਰ ਕਰਦੇ ਹਾਂ, ਸਾਡੇ ਕੋਲ ਭਾਵੇਂ ਗੱਡੀਆਂ ਦੇ ਵਿੱਚ ਲਾਈਟਾਂ ਵੀ ਲੱਗੀਆਂ ਹੋਈਆਂ ਨੇ, ਪਰ ਬਾਵਜੂਦ ਇਸ ਦੇ ਸਾਡੇ ਲਈ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ, ਉਹ ਹਨੇਰਾ ਦੂਰ ਨਹੀਂ ਹੁੰਦਾ। ਭਾਈ ਗੁਰਦਾਸ ਜੀ ਦੇ ਇਹਨਾਂ ਬੋਲਾਂ ਦੇ ਅਰਥ ਵਿਦਵਾਨਾਂ ਨੇ ਇਹੀ ਕੀਤੇ
ਕਿ ਕੋਈ ਮਨੁੱਖ ਧਾਰਮਿਕ ਪੁਰਸ਼ ਅਗਿਆਨੀ ਨੂੰ ਤੇ ਸਮਝਾ ਸਕਦਾ ਹੈ, ਬੜਾ ਸੌਖਿਆਂ ਸਮਝਾ ਸਕਦਾ ਹੈ, ਪਰ ਜਿਹੜਾ ਮਨੁੱਖ ਗਿਆਨ ਲੈ ਕੇ ਬੈਠਾ ਹੈ, ਪਹਿਲੇ ਹੀ ਗਿਆਨਵਾਨ ਹੈ, ਆਪਣੇ ਗਿਆਨ ਦੇ ਹਨੇਰੇ ਦੇ ਵਿੱਚ ਬੈਠਾ ਹੈ ਨਾ, ਉਹਨੂੰ ਉਸ ਹਨੇਰੇ ਦੇ ਵਿੱਚੋਂ ਕੱਢਣਾ ਬੜਾ ਔਖਾ ਹੈ। ਗਿਆਨੀਆਂ ਨੂੰ ਗਿਆਨ ਦੀ ਗੱਲ ਸਮਝਾਉਣੀ ਬੜੀ ਔਖੀ ਹੈ। ਕਿਸੇ ਗੁਰਬਾਣੀ ਤੋਂ ਅਣਜਾਣ ਮਨੁੱਖ ਨੂੰ ਤੁਸੀਂ ਕੋਈ ਗੱਲ ਕਹਿ ਦਿਓ ਨਾ, ਬੜੀ ਸੌਖੀ ਮੰਨ ਲਏਗਾ ਕਿ ਗੁਰੂ ਦਾ ਸਤਿਕਾਰ ਏਦਾਂ ਕਰੀਦਾ ਹੈ, ਚੌਰ ਸਾਹਿਬ ਏਦਾਂ ਕਰੀਦੀ ਹੈ, ਮੱਥਾ ਇਸ ਤਰ੍ਹਾਂ ਟੇਕੀਦਾ ਹੈ, ਬਾਣੀ ਨੂੰ ਇਸ ਤਰ੍ਹਾਂ ਪੜ੍ਹੀਦਾ ਹੈ, ਬੜਾ ਸੌਖਿਆ ਮੰਨ ਲਏਗਾ। ਪਰ ਕੋਈ ਮੇਰੇ ਵਰਗਾ ਜਿਹੜਾ ਕਹਿੰਦਾ ਜੀ ਮੈਨੂੰ ਬਾਣੀ ਪੜ੍ਹਨੀ ਆਉਂਦੀ ਹੈ, ਮੈਂ ਤੇ ਇੰਨੇ ਸਾਲ ਹੋ ਗਏ, ਉਹਨੂੰ ਤੁਸੀਂ ਕੋਈ ਸੱਜਣ ਪੁਰਖ ਕੋਈ ਪਿਆਰ ਵਾਲੀ ਗੱਲ ਸਿਖਾਏ ਤੇ ਅੱਗੋਂ ਇੱਕੋ ਜਵਾਬ ਆਉਂਦਾ ਜੀ ਮੈਨੂੰ ਸਾਲਾਂ ਬੱਧੀ ਸਮਾਂ ਹੋ ਗਿਆ ਬਾਣੀ ਪੜ੍ਹਦੇ ਆ, ਮੈਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਹੈ। ਭਾਵਾਂ ਕਿ ਦੱਸਣ ਵਾਲਾ ਗੱਲ ਬੜੀ ਕੰਮ ਦੀ ਸੁਚੱਜੀ ਤੇ ਗੁਰਮਤਿ ਦੀ ਦੱਸਦਾ ਹੋਵੇ, ਪਰ ਗਿਆਨ ਦਾ ਹੰਕਾਰ ਮਨੁੱਖ ਨੂੰ ਮੰਨਣ ਤੋਂ ਦੂਰ ਕਰ ਦਿੰਦਾ, ਮੰਨਣ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਜਗਤ ਜਲੰਦੇ ਦੇ ਅੰਦਰ ਨਾ ਕੇਵਲ ਅਗਿਆਨੀਆਂ ਨੂੰ ਧਰਮ ਦਾ ਗਿਆਨ ਦਿੱਤਾ, ਬਲਕਿ ਗਿਆਨੀਆਂ ਨੂੰ ਵੀ ਗਿਆਨ ਬਖਸ਼ਿਸ਼ ਕੀਤਾ ਹੈ। ਹੁਣ ਇੱਕ ਸਵਾਲ ਸਿੱਧਾ ਜਿਹਾ ਹੈ ਕਿ ਕੀ ਗੁਰੂ ਨਾਨਕ ਤੋਂ ਪਹਿਲਾਂ ਧਰਮੀ ਲੋਕ ਨਹੀਂ ਸਨ? ਕੀ ਗੁਰੂ ਨਾਨਕ ਤੋਂ ਪਹਿਲਾਂ ਧਰਮ ਨਹੀਂ ਸੀ? ਕੀ ਗੁਰੂ ਨਾਨਕ ਤੋਂ ਪਹਿਲਾਂ ਧਾਰਮਿਕ ਗ੍ਰੰਥ ਨਹੀਂ ਸੀ? ਕੀ ਗੁਰੂ ਨਾਨਕ ਤੋਂ ਪਹਿਲਾਂ ਲੋਕ ਧਰਮ ਨਹੀਂ ਸੀ ਕਮਾ ਰਹੇ? ਕਮਾ ਰਹੇ ਸਨ, ਧਾਰਮਿਕ ਗ੍ਰੰਥ ਵੀ ਸਨ, ਪਰ ਫਿਰ ਵੀ ਗੁਰੂ ਨਾਨਕ ਨੂੰ ਨਿਕਲਣਾ ਪਿਆ ਸੁਲਤਾਨਪੁਰ ਲੋਧੀ ਤੋਂ, ਨਨਕਾਣਾ ਸਾਹਿਬ ਤੋਂ, ਆਪਣਾ ਘਰ ਪਰਿਵਾਰ ਛੱਡ ਕਰਕੇ ਇਸ ਜਗਤ ਨੂੰ ਸਮਝਾਉਣ ਦੇ ਲਈ। ਉਹਦਾ ਕਾਰਨ ਕੀ ਹੈ? ਇਤਿਹਾਸ ਕਹਿੰਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ, ਸਾਡੇ ਅਤ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਤੇ ਮਹਿਤਾ ਕਲਿਆਣ ਦਾਸ ਪਿਤਾ ਜੀ, ਤਿਨਾਂ ਦੇ ਗ੍ਰਹਿ ਵਿਖੇ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਹੈ ਦਾਈ ਦੌਲਤਾਂ। ਤੇ ਇਹ ਦਾਈ ਜਿਵੇਂ ਪਿੰਡਾਂ ਦੇ ਵਿੱਚ ਆਮ ਜੀਵਨ ਕੋਈ ਬਹੁਤਾ ਉੱਚਾ ਨਹੀਂ ਹੋਇਆ ਕਰਦਾ ਮਾਇਆ ਪੱਖੋਂ, ਇਹਨੇ ਬੇਨਤੀ ਕੀਤੀ ਸੀ ਮਹਿਤਾ ਕਲਿਆਣ ਦਾਸ ਜੀ, ਤੁਸੀਂ ਪਟਵਾਰੀ ਹੋ, ਮਹਿਤਾ ਹੋ, ਤੇ ਤੁਹਾਡੇ ਘਰ ਦੇ ਵਿੱਚ ਖੁਦਾ ਦੀਆਂ ਮਾਲਕ ਦੀਆਂ ਦਿੱਤੀਆਂ ਬੜੀਆਂ ਬਖਸ਼ਿਸ਼ਾਂ ਨੇ, ਤੁਹਾਡੇ ਘਰ ਖੁਸ਼ੀ ਆ ਰਹੀ ਹੈ, ਤੇ ਪਿੰਡ ਦੀ ਦਾਈ ਮੈਂ ਹਾਂ, ਤੇ ਸੁਭਾਵਿਕ ਹੈ ਉਸ ਬਾਲਕ ਦਾ ਜਨਮ ਵੀ ਮੇਰੇ ਹੱਥਾਂ ਦੇ ਵਿੱਚ ਹੋਵੇਗਾ। ਤੁਹਾਡੇ ਘਰ ਧੀ ਪਹਿਲਾਂ ਹੈ ਨਾਨਕੀ, ਤੇ ਖੁਦਾ ਰਹਿਮਤ ਕਰੇ, ਤੁਹਾਡੇ ਕੁਲ ਚੱਲ ਪਏ ਜੋ ਆਮ ਲੋਕਾਂ ਦੀ ਰੀਤ ਹੈ, ਭਾਵਨਾ ਹੈ, ਤੁਹਾਡੇ ਘਰ ਪੁੱਤਰ ਪੈਦਾ ਹੋਵੇ, ਤੁਹਾਡੇ ਕੁਲ ਤੁਰੇ, ਤੁਹਾਡੀ ਵੇਲ ਲੱਗੇ, ਤੇ ਤੁਸੀਂ ਮੈਨੂੰ ਵੀ ਖਾਲੀ ਨਾ ਮੋੜਨਾ। ਆਮ ਲੋਕ ਭਾਵੇਂ ਬਹੁਤ ਕੁਝ ਦਿੰਦੇ ਨੇ, ਪਰ ਉਹਨਾਂ ਦੇ ਲਈ ਬਹੁਤ ਕੁਝ ਵੀ ਥੋੜਾ ਰਹਿ ਜਾਂਦਾ ਹੈ, ਕਿਉਂਕਿ ਉਹਨਾਂ ਦੀ ਆਪਣੀ ਸਮਰੱਥਾ ਹੈ। ਪਰ ਤੁਸੀਂ ਪਟਵਾਰੀ ਹੋ, ਮਹਿਤਾ ਹੋ, ਤੁਸੀਂ ਦਿਲ ਖੋਲ ਕੇ ਦੇ ਦਿਓਗੇ ਤੇ ਉਹਦੇ ਨਾਲ ਹੋ ਸਕਦਾ ਹੈ ਮੇਰੇ ਸਾਲ ਦਾ ਗੁਜ਼ਾਰਾ ਹੋ ਜਾਏ। ਮਹਿਤਾ ਕਲਿਆਣ ਦਾਸ ਜੀ ਨੇ ਆਖਿਆ ਕੋਈ ਗੱਲ ਨਹੀਂ, ਉਹ ਪ੍ਰਮਾਤਮਾ ਭਾਗ ਲਾਏ, ਮੈਂ ਤੈਨੂੰ ਪ੍ਰਸੰਨ ਕਰਕੇ ਇਥੋਂ ਭੇਜਾਂਗਾ। ਤੇ ਸਮਾਂ ਆਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਤੇ ਮੈਂ ਕਹਿੰਦਾ ਕਿੰਨੀ ਕੁ ਵੱਡੀਆਂ ਭਾਗਾਂ ਵਾਲੀ ਦਾਈ ਦੌਲਤਾਂ ਕਿ ਇਸ ਜਗਤ ਦੇ ਨੂਰ, ਕਰਤਾਰ ਦੇ ਨੂਰ ਜਗਤ ਵਿੱਚ ਜਦੋਂ ਆਏ ਤਾਂ ਸਭ ਤੋਂ ਪਹਿਲਾ ਦਰਸ਼ਨ ਦੀਦਾਰ ਪ੍ਰਾਪਤ ਕਰਨ ਦਾ ਸੁਭਾਗ ਉਹ ਦਾਈ ਦੌਲਤਾਂ ਨੂੰ ਪ੍ਰਾਪਤ ਹੋਇਆ ਹੈ। ਉਹਨੇ ਖੁਸ਼ਖਬਰੀ ਦਿੱਤੀ ਕਿ ਮਹਿਤਾ ਜੀ ਤੁਹਾਡੇ ਘਰ ਪੁੱਤਰ ਨੇ, ਬਾਲਕ ਨੇ ਜਨਮ ਲਿਆ ਹੈ। ਤੇ ਕਹਿੰਦੇ ਇਤਿਹਾਸ ਕਿ ਮਹਿਤਾ ਕਲਿਆਣ ਦਾਸ ਜੀ ਨੇ ਇੱਕ ਥਾਲ ਦੇ ਵਿੱਚ ਕੁਝ ਕੁ ਧਨ, ਮਿੱਠਾ, ਵਸਤਰ ਇਤਿਆਦਿ ਪਾ ਕਰਕੇ ਦਾਈ ਦੌਲਤਾਂ ਨੂੰ ਦਿੱਤਾ। ਉਹਨਾਂ ਮਨਾ ਕਰ ਦਿੱਤਾ, ਨਹੀਂ ਲੈਣਾ। ਮਹਿਤਾ ਜੀ ਆਖਣ ਲੱਗੇ ਤੂੰ ਤੇ ਮੰਗਦੀ ਸੈਂ, ਸ਼ਾਇਦ ਤੈਨੂੰ ਘੱਟ ਲੱਗਦਾ, ਕੋਈ ਗੱਲ ਨਹੀਂ, ਤੂੰ ਇਹ ਲੈ, ਹੋਰ ਜੋ ਕੁਝ ਤੈਨੂੰ ਚਾਹੀਦਾ ਮੈਂ ਦਿਆਂਗਾ।
ਤੇ ਉਹ ਆਖਣ ਲੱਗੀ, ਨਹੀਂ ਸੱਚੀ ਮੈਨੂੰ ਕੁਝ ਨਹੀਂ ਚਾਹੀਦਾ। ਅੱਜ ਤੱਕ ਮੈਂ ਲੋਕਾਂ ਕੋਲੋਂ ਮੰਗਦੀ ਰਹੀ ਇਹ ਸੋਚ ਕਰਕੇ ਕਿ ਤ੍ਰਿਪਤੀ ਹੁੰਦੀ ਹੈ ਉਹਨਾਂ ਪਦਾਰਥਾਂ ਦੇ ਨਾਲ ਜਿਹੜੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਸਰੀਰ ਦੇ ਵਸਤਰ ਮਹਿੰਗੇ ਤੋਂ ਮਹਿੰਗਾ ਪਾ ਲਈਏ, ਸ਼ਾਇਦ ਖੁਸ਼ੀ ਮਿਲੇ। ਵਧੀਆ ਤੋਂ ਵਧੀਆ ਪਦਾਰਥ ਪਾ ਲਈਏ, ਖਾ ਲਈਏ, ਸ਼ਾਇਦ ਖੁਸ਼ੀ ਮਿਲੇ। ਧਨ ਦੌਲਤ ਮਿਲੇ, ਘਰ ਸਵਾਰ ਲਈਏ, ਸ਼ਾਇਦ ਖੁਸ਼ੀ ਮਿਲੇ। ਆਖਦੇ ਪਰ ਮਹਿਤਾ ਜੀ, ਤੁਹਾਡੇ ਪੁੱਤਰ ਦੇ ਜਨਮ ਤੋਂ ਦਰਸ਼ਨ ਕਰਦਿਆਂ ਪਤਾ ਨਹੀਂ ਉਸ ਖੁਦਾ ਨੇ ਕੀ ਬਖਸ਼ਿਸ਼ ਕੀਤੀ ਹੈ। ਮੈਨੂੰ ਅੱਜ ਪਤਾ ਲੱਗਾ ਕਿ ਤ੍ਰਿਪਤਾ ਅਸਲ ਵਿੱਚ ਹੁੰਦੀ ਕੀ ਹੈ। ਤ੍ਰਿਪਤੀ ਹੁੰਦੀ ਕੀ ਹੈ? ਸੱਚ ਹੈ, ਤੁਹਾਡੇ ਬਾਲਕ ਦੇ ਪੁੱਤਰ ਦੇ ਦਰਸ਼ਨ ਕਰਦਿਆਂ ਮੇਰੇ ਮਨ ਅੰਦਰ ਹੁਣ ਕੋਈ ਇੱਛਾ, ਕੋਈ ਚਾਹਨਾ ਹੈ ਹੀ ਨਹੀਂ ਕਿ ਮੈਂ ਕੁਝ ਪ੍ਰਾਪਤ ਕਰਾਂ, ਕੁਝ ਲਵਾਂ। ਦੌਲਤਦਾਈ ਨੇ ਇਹ ਗੱਲ ਸਮਝੀ ਕਿ ਅੰਦਰ ਦੀ ਤ੍ਰਿਪਤੀ, ਅੰਦਰ ਦਾ ਟਿਕਾ ਬਾਹਰਲੇ ਪਦਾਰਥਾਂ ਦੇ ਨਾਲ ਕਦੇ ਵੀ ਨਹੀਂ ਜੇ ਹੋ ਸਕਦਾ। ਇਹ ਮਾਲਕ ਦੀ ਬਖਸ਼ਿਸ਼ ਦਾ ਜਿਹੜਾ ਪਾਤਰ ਬਣ ਜਾਏ ਉਹ ਤ੍ਰਿਪਤ ਹੋ ਜਾਂਦਾ ਹੈ। ਗੁਰੂ ਨਾਨਕ ਜੀ ਵੱਡੇ ਹੁੰਦੇ ਨੇ ਤੇ ਉਸ ਮਾਲਕ ਦੀ ਬੰਦਗੀ ਵਿੱਚ ਜੁੜਨਾ ਆਰੰਭ ਕਰ ਦਿੱਤਾ। ਤੇ ਜਿਵੇਂ ਕਿ ਬਚਨ ਹੈ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਮੇਰੇ ਮਾਲਕ ਜਗਤ ਨੂੰ ਜਲਦਾ ਵੇਖ ਰਹੇ ਨੇ ਤੇ ਜਿਹੜਾ ਆਪਣੇ ਘਰ ਨੂੰ ਸੜਦਾ ਹੋਇਆ ਵੇਖਦਾ ਹੋਵੇ ਉਹ ਫਿਰ ਖੁਸ਼ੀ ਖੇੜੇ ਵਿੱਚ ਕਿਵੇਂ ਰਹਿ ਸਕਦਾ ਹੈ? ਉਹ ਯਤਨ ਕਰਦਾ ਹੈ, ਤਰਕੀਬ ਲੱਭਦਾ ਹੈ ਕਿ ਮੈਂ ਆਪਣੇ ਘਰ ਨੂੰ ਬਚਾਵਾਂ ਕਿਵੇਂ। ਗੁਰੂ ਨਾਨਕ ਦੇਵ ਮਹਾਰਾਜ ਉਸੇ ਘੁੜੇੜ ਗੁਣ ਦੇ ਵਿੱਚ, ਉਸੇ ਸੋਚ ਦੇ ਵਿੱਚ, ਉਸੇ ਤਿਆਰੀ ਦੇ ਵਿੱਚ, ਉਸ ਕਰਤਾਰ ਦੇ ਸਿਮਰਨ ਦੇ ਵਿੱਚ ਰੁੱਝੇ ਨੇ। ਮਾਤਾ ਪਿਤਾ ਨੂੰ ਲੱਗਾ ਕਿ ਕੁਝ ਰੋਗ ਸਰੀਰ ਨੂੰ ਲੱਗਾ ਹੈ। ਉਹਨਾਂ ਬੜਾ ਆਪਣੇ ਵੱਲੋਂ ਜੀ ਪਰਚਾਉਣ ਦਾ ਯਤਨ ਕਰਦੇ ਨੇ, ਪਰ ਨਾਨਕ ਦਾ ਜੀ ਪਰਚਦਾ ਨਹੀਂ। ਅਖੀਰ ਗੁਰੂ ਨਾਨਕ ਦੇਵ ਮਹਾਰਾਜ ਇਕਾਂਤ ਧਾਰੀ ਹੋ ਗਏ। ਕਦੇ ਇੱਕ ਕਮਰੇ ਦੇ ਵਿੱਚ ਬੈਠੇ ਰਹਿਣਾ, ਕਦੇ ਬਾਹਰ ਨਗਰ ਤੋਂ ਇਕਾਂਤ ਵਿੱਚ ਜਾ ਕੇ ਬੈਠੇ ਰਹਿਣਾ, ਕਦੇ ਮੰਜੇ ਦੇ ਉੱਤੇ ਇਕਾਂਤ ਵਿੱਚ ਲੇਟੇ ਰਹਿਣਾ। ਮਾਤਾ ਪਿਤਾ ਨੂੰ ਬੜੀ ਚਿੰਤਾ ਹੋਈ। ਉਹਨਾਂ ਨੇ ਵੈਦ ਨੂੰ ਬੁਲਾਇਆ ਤੇ ਵੈਦ ਆ ਕਰਕੇ ਜਦੋਂ ਗੁਰੂ ਨਾਨਕ ਦੀ ਬਾਹ ਨੂੰ ਪਕੜ ਕੇ ਨਬਜ ਵੇਖਦਾ ਹੈ, ਗੁਰੂ ਨਾਨਕ ਦੀਆਂ ਅੱਖਾਂ ਵੇਖਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੱਥੇ ਨੂੰ ਹੱਥ ਲਗਾ ਕਰਕੇ ਦੇਖਦਾ ਹੈ, ਸਾਰੇ ਸਰੀਰ ਨੂੰ ਜਦੋਂ ਵੇਖਦਾ ਹੈ ਨਾ, ਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛਿਆ, ਤੁਸੀਂ ਕੌਣ ਹੋ? ਕਹਿੰਦਾ ਮੈਂ ਵੈਦ ਹਾਂ। ਕੀ ਕਰ ਰਹੇ ਹੋ? ਮੇਰੇ ਸਰੀਰ ਵਿੱਚੋਂ ਕੀ ਲੱਭ ਰਹੇ ਹੋ? ਕਹਿੰਦੇ ਮੈਂ ਸਰੀਰ ਦੇ ਵਿੱਚੋਂ ਰੋਗ ਲੱਭ ਰਿਹਾ ਹਾਂ। ਉਹ ਕਿਵੇਂ ਪਤਾ ਲੱਗਿਆ? ਕਹਿੰਦੇ ਤੁਹਾਡੀ ਨਬਜ ਵੇਖ ਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਲੱਗੇ, ਰੋਗ ਲੱਭੇਗਾ ਨਹੀਂ, ਰੋਗ ਲੱਭੇਗਾ ਨਹੀਂ, ਕਿਉਂਕਿ ਇਹ ਵੈਦ ਜੀ ਤੁਸੀਂ ਰੋਗ ਸਰੀਰ ਦੇ ਵਿੱਚੋਂ ਲੱਭ ਰਹੇ ਹੋ, ਪਰ ਅਸਲੀਅਤ ਇਹ ਹੈ ਕਿ ਰੋਗ ਸਰੀਰ ਵਿੱਚ ਹੈ ਹੀ ਕੋਈ ਨਹੀਂ। ਸਰੀਰ ਦੇ ਰੋਗ ਤੇ ਇਸ ਮਨ ਦੇ ਵਿੱਚ ਹੈ। ਰੋਗ ਇਸ ਮਨ ਦੇ ਵਿੱਚ ਹੈ, ਤੁਸੀਂ ਸਰੀਰ ਦੇ ਵਿੱਚੋਂ ਲੱਭ ਰਹੇ ਹੋ, ਨਹੀਂ ਲੱਭਣਾ। ਗੁਰਦੇਵ ਦੇ ਬਚਨ ਨੇ ਵੈਦ ਬੁਲਾਇਆ, ਵੈਦ ਗੀ ਪਕੜ ਢੋਲੇ ਬਾਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹ। ਆਖਦੇ ਇਹ ਭੋਲਾ ਵੈਦ ਨਹੀਂ ਜਾਣਦਾ ਕਿ ਰੋਗ ਕਾਲਜੇ ਦੇ ਵਿੱਚ, ਮਨ ਵਿੱਚ ਹੈ, ਸਰੀਰ ਵਿੱਚ ਨਹੀਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਇਸ ਸ਼ਲੋਕ ਤੋਂ ਅਗਲਾ ਸ਼ਲੋਕ ਉਚਾਰਨ ਕਰਦੇ ਨੇ, ਵੈਦਾ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾ ਘਾਣ। ਰੋਗ ਗਵਾਹੇ ਆਪਣਾ ਤਾਂ ਨਾਨਕ ਵੈਦ ਪਛਾਣ। ਉਹ ਕਹਿੰਦੇ ਨੇ ਗੁਰਦੇਵ ਜੀ ਕਿ ਅਸਲ ਵਿੱਚ ਵੈਦ ਤੋਂ ਚੰਗਾ ਵੈਦ ਤਾਂ ਹੀ ਹੈ ਜੇ ਅਸਲ ਰੋਗ ਨੂੰ ਪਹਿਚਾਣ ਲਵੇ ਤੇ ਫਿਰ ਉਸ ਰੋਗ ਦਾ ਇਲਾਜ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਇਹ ਘਟਨਾ ਜਿਹੜੀ ਹੈ ਨਾ, ਉਹ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦੀ ਹੈ। ਗੁਰਦੇਵ ਸੁਲਤਾਨ ਉਹ ਲੋਧੀ ਤੋਂ ਚੱਲਦੇ ਹੀ ਤਾਂ ਨੇ ਕਿਉਂਕਿ ਵੈਦ ਪਹਿਲਾਂ ਹਨ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਕੀ ਧਰਮ ਨਹੀਂ ਸੀ, ਕੀ ਧਾਰਮਿਕ ਗ੍ਰੰਥ ਨਹੀਂ ਸੀ, ਕੀ ਧਾਰਮਿਕ ਪੁਰਸ਼ ਨਹੀਂ ਸੀ, ਸਭ ਕੁਝ ਸੀ, ਸਭ ਕੁਝ ਸੀ। ਪਰ ਫਿਰ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੁਰਨਾ ਪਿਆ। ਕਿਉਂ? ਕਿਉਂਕਿ ਉਹ ਭੋਲੇ ਵੈਦ ਦੇ ਵਾਂਗੂ ਕੇਵਲ ਸਰੀਰ ਨੂੰ
ਨਬਜ਼ਾਂ ਨੂੰ ਵੇਖ ਕੇ ਇਲਾਜ ਕਰਨਾ ਚਾਹੁੰਦੇ ਨੇ, ਰੋਗ ਲੱਭ ਰਹੇ ਨੇ, ਪਰ ਰੋਗ ਅਸਲ ਵਿੱਚ ਹੈ ਹਿਰਦੇ ਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ। ਇਹ ਜਿਹੜੇ ਵੈਦ ਬਣ ਕੇ ਬੈਠੇ ਨੇ ਨਾ, ਭੋਲੇ ਵੈਦ ਨੇ। ਇਹਨਾਂ ਨੂੰ ਅਸਲ ਰੋਗ ਦੀ ਪਹਿਚਾਣ ਨਹੀਂ ਆ ਰਹੀ। ਇਹ ਬਾਹਰੋਂ ਸਰੀਰ ਦਾ ਇਲਾਜ ਕਰੀ ਜਾ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਿਰ ਤੁਰਦੇ ਨੇ ਜਗਤ ਜਲੰਦੇ ਨੂੰ ਅਰੋਗ ਕਰਨ ਦੇ ਲਈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ। ਉਹ ਕਹਿੰਦੇ ਨੇ, ਚਾਰ ਵਰਨ ਚਾਰ ਮਜ਼ਹਬ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਵਕੀਲ ਤਕਬਰੀ ਖਿੰਚੋ ਦਾਨ ਕਰੇ ਢਿੰਗਾਣੇ, ਗੰਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੇ ਤਿਲਕ ਜੰਜੂ ਹਿੰਦੂ ਲੋਭਾਣੇ। ਉਹਨਾਂ ਦੇ ਆਪੋ ਆਪਣੇ ਤਰੀਕੇ ਨੇ ਧਰਮ ਕਮਾਉਣ ਨੂੰ, ਪਰ ਧਰਮ ਕਮਾ ਸਾਰੇ ਰਹੇ ਨੇ। ਪਰ ਫਿਰ ਗੱਲ ਕਿੱਥੇ ਰਹਿ ਗਈ? ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਲੱਗੇ, ਗੱਲ ਇੱਥੇ ਰਹਿ ਗਈ ਕਿ ਵੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸ਼ੈਤਾਨੇ। ਧਰਮ ਦਾ ਮਕਸਦ ਤੇ ਇਹ ਸੀ ਕਿ ਜੋ ਵੇਦ ਕਹਿ ਰਿਹਾ ਹੈ, ਜੋ ਕਤੇਬ ਕਹਿ ਰਿਹਾ ਹੈ, ਜੋ ਧਾਰਮਿਕ ਗ੍ਰੰਥ ਕਹਿ ਰਹੇ ਨੇ, ਉਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਸੀ। ਗੁਰੂ ਨਾਨਕ ਦੇਵ ਮਹਾਰਾਜ ਉਹ ਕਹਿੰਦੇ ਨੇ ਕਿ ਲੋਕਾਂ ਨੂੰ ਚਾਹੀਦਾ ਸੀ ਕਿ ਇਹਨਾਂ ਵੇਦਾਂ ਕਤੇਬਾਂ ਧਾਰਮਿਕ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਉਂਦੇ, ਕਿਉਂਕਿ ਧਾਰਮਿਕ ਗ੍ਰੰਥ ਹਨ, ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਪਰ ਉਹਨਾਂ ਨੂੰ ਕਮਾਉਣ ਦੀ ਬਜਾਏ ਲੋਕ ਕੀ ਕਰ ਰਹੇ ਨੇ? ਵੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸ਼ੈਤਾਨੇ। ਸੱਚ ਕਿਨਾਰੇ ਰਹਿ ਗਿਆ ਖੇ ਮਲ ਦੇ ਬਾਹਮਣ ਮੌਲਾਣੇ। ਆਖਦੇ ਸੱਚ ਨੂੰ ਪਾਸੇ ਕਰਕੇ ਧਰਮ ਦੇ ਨਾਂ ਦੇ ਉੱਤੇ ਖੇਪੜ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਉਸੇ ਸੱਚ ਨੂੰ ਪ੍ਰਗਟ ਕਰ ਰਹੇ ਨੇ ਤੇ ਉਹਨਾਂ ਲੋਕਾਂ ਦੇ ਹਿਰਦਿਆਂ ਦੇ ਵਿੱਚ ਜਿਹੜੇ ਕਹਿੰਦੇ ਅਸੀਂ ਗਿਆਨਵਾਨ ਹਾਂ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਆਖਿਆ ਕਿ ਮਿੱਟੀ ਧੁੰਦ ਜਗ ਚਾਨਣ ਹੋਵਾ। ਗੁਰਦੇਵ ਨੇ ਗਿਆਨ ਦਾ ਹਨੇਰਾ ਦੂਰ ਕੀਤਾ। ਜਿਨ੍ਹਾਂ ਦੇ ਅੰਦਰ ਗਿਆਨ ਦਾ ਹੰਕਾਰ ਸੀ ਨਾ, ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਕੜਿਆ, ਉਹਨਾਂ ਦੇ ਨਾਲ ਹੀ ਵਿਚਾਰ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੱਕੇ ਜਾਂਦੇ ਨੇ, ਉਹ ਮੱਕੇ ਦੀ ਘਟਨਾ ਕੀ ਕਹਿੰਦੀ ਹੈ? ਉਹ ਤੋਂ ਪਹਿਲਾਂ ਜੇ ਮੈਂ ਗੱਲ ਕਰ ਲਵਾਂ, ਭਾਈ ਲਾਲੋ ਦੇ ਕੋਲ ਗੁਰਦੇਵ ਜੀ ਜਦੋਂ ਵਾਸ ਕਰਦੇ ਨੇ, ਮਲਕ ਭਾਗੋ ਪੁਕਾਰ ਕਰਦੇ ਸਤਿਗੁਰੂ। ਖੈਰ ਉਹਦੇ ਬੋਲ ਸਤਿਗੁਰੂ ਨਹੀਂ ਸੀ, ਉਹਦੇ ਬੋਲ ਫਕੀਰ ਸਾਈਂ ਹੋਵੇਗਾ, ਕਿਉਂਕਿ ਉਹਦੇ ਲਈ ਗੁਰੂ ਵੀ ਸਤਿਕਾਰਯੋਗ ਨਹੀਂ ਸੀ ਉਸ ਵੇਲੇ। ਉਹਨੇ ਸੁਨੇਹਾ ਲਾ ਦਿੱਤਾ ਕਿ ਇਸ ਨਗਰ ਦੇ ਵਿੱਚੋਂ ਕੋਈ ਵੀ ਅੱਜ ਭੁੱਖਾ ਨਹੀਂ ਰਹੇਗਾ, ਮੇਰੇ ਘਰ ਆ ਕੇ ਪ੍ਰਸਾਦਾ ਛਕੇ। ਪਤਾ ਲੱਗਿਆ ਲਾਲੋ ਦੇ ਘਰ ਕੋਈ ਫਕੀਰ ਆਇਆ ਹੋਇਆ, ਉਹਨਾਂ ਨੂੰ ਵੀ ਸੱਦਾ ਦੇ ਦਿਓ ਜੀ। ਗੁਰਦੇਵ ਨੇ ਆਖਿਆ ਅਸੀਂ ਨਹੀਂ ਜਾਣਾ। 3 ਵਾਰ ਸੱਦਾ ਆਇਆ, ਮੇਰੇ ਮਾਲਕ ਨੇ ਇਨਕਾਰ ਕਰ ਦਿੱਤਾ। ਫਿਰ ਸਿਪਾਹੀ ਭੇਜੇ ਗਏ, ਉਹਨਾਂ ਆਖਿਆ ਤੁਹਾਨੂੰ ਜਾਣਾ ਪਏਗਾ ਵਰਨਾ ਵਿਵਾਦ ਵਧੇਗਾ। ਗੁਰੂ ਨਾਨਕ ਦੇਵ ਮਹਾਰਾਜ ਪਹੁੰਚ ਜਾਂਦੇ ਨੇ। ਮੇਰੇ ਮਾਲਕ ਨੇ ਭੋਜਨ ਛਕਣ ਤੋਂ ਮਨਾ ਕਰ ਦਿੱਤਾ। ਆਖਦੇ ਕਿਉਂ ਨਹੀਂ ਛਕਣਾ? ਕਹਿੰਦੇ ਮਲੀਨ ਹੈ, ਮਲੀਨ ਹੈ ਇਹ ਭੋਜਨ। ਉਹ ਕਹਿਣ ਲੱਗੇ ਮਲੀਨ ਕਿਵੇਂ ਹੈ? ਮੈਂ ਇਸ ਨਗਰ ਦਾ ਸਭ ਤੋਂ ਧਨਾਢ ਪੁਰਖ ਹਾਂ। ਮੈਂ ਬੜੀ ਸੁਤਮਤਾ ਦੇ ਨਾਲ ਬੜੇ ਉੱਤਮ ਪਕਵਾਨ ਤਿਆਰ ਕਰਵਾਏ ਨੇ। ਗੁਰਦੇਵ ਫਰਮਾਨ ਲੱਗੇ ਫਿਰ ਵੀ ਮਲੀਨ ਹੈ। ਕਿਉਂ ਮਲੀਨ ਹੈ? ਕਹਿੰਦੇ ਇਹਦੇ ਵਿੱਚ ਖੂਨ ਹੈ, ਇਹਦੇ ਵਿੱਚ ਗਰੀਬਾਂ ਦਾ ਮਜ਼ਲੂਮਾਂ ਦਾ ਹੱਕ ਹੈ, ਖੂਨ ਹੈ, ਇਹ ਮਲੀਨ ਹੈ। ਇਹਨੂੰ ਖਾ ਕੇ ਬੰਦਗੀ ਵਾਲੀ ਰੂਹ ਕਦੇ ਬੰਦਗੀ ਵਿੱਚ ਨਹੀਂ ਜੁੜ ਸਕਦੀ। ਮਲਕ ਭਾਗੋ ਤੜਫ ਉੱਠਿਆ। ਗੁਰਦੇਵ ਨੇ ਸਭ ਦੇ ਸਾਹਮਣੇ ਨਿਸਤਾਰਾ ਕੀਤਾ। ਫਿਰ ਮਲਕ ਭਾਗੋ ਨੂੰ ਗੁਰਦੇਵ ਨੇ ਜਿਹੜਾ ਗਿਆਨ ਦਿੱਤਾ ਹੈ ਨਾ, ਉਸ ਗੱਲ ਨੂੰ ਸਮਝੇ। ਗੁਰਦੇਵ ਨੇ ਬਚਨ ਕੀਤਾ ਸੀ, ਮਲਕ ਭਾਗੋ ਬੇਸ਼ੱਕ ਜਿੰਨੇ ਮਰਜ਼ੀ ਭੰਡਾਰੇ ਕਰੀ ਜਾ, ਪਰ ਤੂੰ ਉਸੇ ਭੋਲੇ ਵੈਦ ਦੇ ਵਰਗਾ ਹੀ ਹੈ। ਇਲਾਜ ਤੂੰ ਸਰੀਰ ਦਾ ਕਰ ਰਿਹਾ ਜਦੋਂ ਕਿ ਰੋਗ ਮਨ ਨੂੰ ਲੱਗਾ ਹੈ। ਗੁਰਦੇਵ ਫਰਮਾਨ ਲੱਗੇ ਅਸਲ ਵਿੱਚ ਜਿਹੜਾ ਧਰਮ ਕਰਮ ਕਰਨਾ ਹੈ ਨਾ, ਇਹ ਧਰਮ ਕਰਮ ਤੇ ਕਰਨਾ ਤਾਂ ਸੀ ਕਿ ਮਨ ਨੂੰ ਟਿਕਾ ਮਿਲੇ, ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ। ਪਰ
ਬਾਵਜੂਦ ਇਸ ਦੇ ਤੁਹਾਡੇ ਕੀਤੇ ਹੋਏ ਕਰਮ ਧਰਮ ਜਿਹੜੇ ਨੇ ਉਹ ਤੁਹਾਨੂੰ ਮਾਲਕ ਦੇ ਘਰ ਵੀ ਟਿਕਾਣਾ ਨਹੀਂ ਦਵਾ ਸਕਦੇ, ਤੁਹਾਡੇ ਮਨ ਨੂੰ ਸ਼ਾਂਤੀ ਵੀ ਕੋਈ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਗੁਰਦੇਵ ਫਰਮਾਨ ਕਿ ਇਸ ਕਰਕੇ ਕਿਉਂਕਿ ਤੁਹਾਡੀ ਨੀਤ ਹੀ ਅਲੱਗ ਹੈ। ਉਹ ਨੀਤ ਕੀ ਹੈ? ਆਖਰ ਕਿ ਜਿਵੇਂ ਕਿ ਇੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਫਲਦਾਰ ਬੂਟੇ ਪ੍ਰਾਪਤ ਹੋਣ, ਫਲ ਪ੍ਰਾਪਤ ਹੋਣ ਰਸਦਾਇਕ, ਪਰ ਬੀਜ ਕੀ ਰਿਹਾ ਹੈ? ਕਿੱਕਰ। ਗੁਰਦੇਵ ਫਰਮਾਨ ਲੱਗੇ ਜਿਵੇਂ ਉੱਪਰੋਂ ਜਿੰਨੀ ਮਰਜ਼ੀ ਮਿੱਟੀ ਪਾ ਦਈਏ, ਉਸ ਮਿੱਟੀ ਦੀ ਤਹਿ ਦੇ ਵਿੱਚ ਜਿਹੜਾ ਬੀਜ ਤੁਸੀਂ ਪਾਇਆ ਹੈ ਨਾ, ਉਗਣਾ ਉਸੇ ਨੇ ਹੈ। ਜੇਕਰ ਕਿੱਕਰ ਬੀਜਿਆ ਹੈ ਤੇ ਕਿੱਕਰ ਹੀ ਉਗੇਗੇ। ਉੱਥੇ ਕਿਤੇ ਬਿਜੋੜ ਦੀਆਂ ਦਾਖਾਂ ਨੇ ਉਗ ਸਕਦੀਆਂ, ਉੱਥੇ ਕਿਤੇ ਫਲਦਾਰ ਬੂਟੇ ਨਹੀਂ ਪੈਦਾ ਹੋ ਸਕਦੇ, ਉੱਥੇ ਕਿੱਕਰ ਹੀ ਬੀਜੇਗਾ, ਉਗੇਗਾ। ਉਸੇ ਤਰ੍ਹਾਂ ਮਨੁੱਖ ਜਿੰਨਾ ਮਰਜ਼ੀ ਆਪਣੇ ਆਪ ਨੂੰ ਧਰਮੀ ਬਣਾਈ ਜਾਏ, ਉੱਪਰੋਂ ਵੈਦ ਵਾਂਗੂ ਸਰੀਰ ਦਾ, ਅਸੀਂ ਸਰੀਰ ਦਾ ਇਲਾਜ ਕਰ ਰਹੇ ਹਾਂ, ਅਸੀਂ ਬਾਣੀ ਪੜ੍ਹਨੀ, ਸੇਵਾ ਕਰਨੀ, ਦਾਨ ਪੁੰਨ ਕਰਨਾ, ਸਭ ਕੁਝ ਮੁਬਾਰਕ ਹੈ। ਪਰ ਜਦੋਂ ਤੱਕ ਅਸੀਂ ਇਹਨੂੰ ਉੱਪਰੋਂ ਲਿਪੀ ਜਾਵਾਂਗੇ, ਕਰੀ ਜਾਵਾਂਗੇ, ਪਰ ਅੰਦਰ ਮਨ ਦੇ ਵਿੱਚ ਉਹੀ ਕਪਟ ਹੈ, ਉਹੀ ਵਿਕਾਰ ਹੈ, ਉਹੀ ਧੋਖਾ ਹੈ। ਗੁਰਦੇਵ ਫਰਮਾਨ ਲੱਗੇ ਜਿੰਨੀ ਮਰਜ਼ੀ ਮਿੱਟੀ ਪਾ ਲਓ, ਉਗੇਗਾ ਉਹੀ ਜਿਹੜਾ ਅੰਦਰ ਹੈ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਇਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਗੁਰਦੇਵ ਜੀ ਉਹਨਾਂ ਲੋਕਾਂ ਨੂੰ ਸਮਝਾਉਣ ਤੁਰੇ ਸੀ ਜਿਹੜੇ ਇਹ ਧਰਮ ਕਰਮ ਨੂੰ ਹੀ ਅਸਲੀ ਜ਼ਿੰਦਗੀ ਦਾ ਮਨੋਰਥ ਸਮਝੀ ਬੈਠੇ ਸਨ। ਗੁਰਦੇਵ ਫਰਮਾਨ ਲੱਗੇ ਮਲਕ ਭਾਗੋ, ਇਹ ਤੂੰ ਧਰਮ ਨਹੀਂ ਕਮਾ ਰਿਹਾ। ਤੇ ਫਿਰ ਨਾਲ ਹੀ ਗੁਰਦੇਵ ਨੇ ਇੱਕ ਦੂਜੀ ਉਦਾਹਰਨ ਦੇ ਕੇ ਸਮਝਾਇਆ ਸੀ। ਆਖਣ ਲੱਗੇ ਜੇ ਵਾਕਿਆ ਹੀ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਨਾ, ਅਸੀਂ ਕਹਿੰਦੇ ਦੇਖੋ ਜੀ ਫਿਰ ਵੀ ਅਸੀਂ ਮਦਦ ਹੀ ਕਰ ਰਹੇ ਹਾਂ ਨਾ, ਅਸੀਂ ਕਿਸੇ ਨੂੰ 4 ਪੈਸੇ ਦਿੱਤੇ, 4 ਫੋਟੋਆਂ ਖਿੱਚ ਕੇ ਲੋਕਾਂ ਦੇ ਵਿੱਚ ਦਿਖਾ ਵੀ ਦਿੱਤੀਆਂ ਤੇ ਲੋੜ ਪਈ ਤੇ ਉਹਨੂੰ ਜਤਾ ਵੀ ਦਿੱਤਾ, ਮੈਂ ਤੇਰੀ ਮਦਦ ਕੀਤੀ ਸੀ। 4 ਲੋਕਾਂ ਨੂੰ ਹੋਰਾਂ ਨੂੰ ਦੱਸਿਆ ਕਿ ਮੈਂ ਇਹਦੀ ਮਦਦ ਕੀਤੀ ਸੀ। ਉਹ ਵਿਚਾਰਾ ਮੱਥੇ ਤੇ ਹੱਥ ਮਾਰ ਕੇ ਪਛਤਾਉਂਦਾ ਕਿਹੜੇ ਮਾੜੇ ਟਾਈਮ ਨੂੰ ਮੈਂ ਇਹਦੇ ਕੋਲ ਮਦਦ ਲੈ ਬੈਠਾ। ਗੁਰਦੇਵ ਫਰਮਾਉਂਦੇ ਜੇਕਰ ਭਲਾ ਵੀ ਕਰ ਰਹੇ ਆ, ਪੁੰਨ ਵੀ ਕਰ ਰਹੇ ਆ, ਧਰਮ ਵੀ ਕਰ ਰਹੇ ਆ, ਪਰ ਨਾਲ ਦੇ ਨਾਲ ਵਿਖਾਵਾ ਵੀ ਹੈ, ਤੇ ਫਿਰ ਭਾਵੇਂ ਜਿੰਨੇ ਮਰਜ਼ੀ ਧਰਮ ਕਰੀ ਜਾ, ਕੱਖ ਪੱਲੇ ਨਹੀਂ। ਕਿਉਂ? ਗੁਰਦੇਵ ਨੇ ਸਮਝਾਇਆ ਕਿ ਜਿਵੇਂ ਕਿਸੇ ਫਲਦਾਰ ਬੂਟੇ ਦਾ ਬੀਜ ਹੋਵੇ ਤੇ ਉਸ ਨੂੰ ਮਨੁੱਖ ਹੁਣ ਚਾਹੁੰਦਾ ਕਿ ਮੈਂ ਬੀਜ ਦਿਆਂ ਤੇ ਕਿਤੋਂ ਫਲ ਪ੍ਰਾਪਤ ਕਰਾਂ, ਪਰ ਕਰਦਾ ਕੀ ਹੈ ਮਨੁੱਖ? ਆਖਦੇ ਮਿੱਟੀ ਬੜੀ ਉੱਤਮ ਹੈ, ਉਪਜਾਊ ਹੈ, ਉਹਦੇ ਉੱਤੇ ਬੀਜ ਨੂੰ ਸੁੱਟ ਦਿੱਤਾ ਤੇ ਬੀਜ ਨੂੰ ਸੁੱਟ ਕੇ ਹੁਣ ਉਡੀਕ ਕਰ ਰਿਹਾ ਇਹ ਉਗੇਗਾ ਕਦੋਂ, ਇਥੋਂ ਦਰਖਤ ਉਗੇਗਾ ਕਦੋਂ, ਇਹਨੂੰ ਅੰਬ ਅੰਗੂਰ ਇਤਿਆਦਿ ਜੋ ਵੀ ਰਸਦਾਇਕ ਫਲ ਨੇ ਉਹ ਲੱਗਣਗੇ ਕਦੋਂ? ਪਰ ਨਹੀਂ ਜੇ ਲੱਗਦੇ। ਕਿਉਂ? ਆਖਦੇ ਮਿੱਟੀ ਦੇ ਉੱਤੇ ਪਾਇਆ ਹੋਇਆ ਬੀਜ ਚਿੜੀਆਂ, ਕੀੜੀਆਂ, ਕਾਂ ਜਾਂ ਜਾਨਵਰ ਇਤਿਆਦਿ ਚੁਗ ਕੇ ਤੇ ਪਰੇ ਜਾਂਦੇ ਨੇ, ਮਨੁੱਖ ਦੇ ਪੱਲੇ ਪੈਂਦਾ ਹੈ ਤੇ ਕੇਵਲ ਇੰਤਜ਼ਾਰ, ਕੇਵਲ ਕਾਲਣਾ, ਫਲ ਨਹੀਂ ਜੇ ਪੈਂਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਧਰਮ ਤੇ ਕਰੀ ਜਾ ਰਿਹਾ ਹੈ ਪਰ ਉਸ ਦਾ ਦਿਖਾਵਾ ਕਰ ਰਿਹਾ ਹੈ, ਉਹਨੂੰ ਲੁਕੋ ਨਹੀਂ ਰਿਹਾ, ਛੁਪਾ ਨਹੀਂ ਰਿਹਾ, ਉਹਨੂੰ ਮਾਲਕ ਦੇ ਦਰ ਤੱਕ ਨਹੀਂ ਰੱਖ ਰਿਹਾ ਬਲਕਿ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾ ਰਿਹਾ ਹੈ, ਤੇ ਗੁਰਦੇਵ ਫਰਮਾਉਂਦੇ ਤਾਂ ਵੀ ਮਲਕ ਭਾਗੂ ਸਖਣਾ ਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾ ਦਿੱਤਾ। ਜਦੋਂ ਗੁਰਦੇਵ ਜੀ ਮੱਕੇ ਜਾਂਦੇ ਨੇ, ਮੱਕੇ ਦੀ ਧਰਤੀ ਦੇ ਉੱਤੇ ਮੇਰੇ ਮਾਲਕ ਨੇ ਉਹ ਕੌਤਕ ਖੇਡਿਆ ਜੋ ਬਚਨ ਭਾਈ ਗੁਰਦਾਸ ਜੀ ਨੇ ਕੀਤਾ ਹੈ ਕਿ ਬਾਬਾ ਫਿਰ ਮੱਕੇ ਗਿਆ, ਨੀਲ ਰੂਪ ਧਾਰੇ ਬਨਵਾਰੀ। ਮੇਰੇ ਮਾਲਕ ਜੀ ਨੇ ਹਾਜੀਆਂ ਵਾਲੇ ਕੱਪੜੇ ਪਾਏ ਹੋਏ ਨੇ, ਮੱਕੇ ਨੂੰ ਗਏ ਨੇ, ਆਸਾ ਹੱਥ ਕਿਤਾਬ ਕੱਛ ਬਾਂਗ ਮਸੱਲਾ। ਮੇਰੇ ਮਾਲਕ ਜੀ ਨੇ ਆਪਣੇ ਹੱਥ ਦੇ ਵਿੱਚ ਡੰਡਾ ਵੀ ਪਕੜਿਆ ਹੋਇਆ ਹੈ, ਕਿਤਾਬ ਗੁਰਬਾਣੀ ਦੀ ਪੋਥੀ ਵੀ ਮੇਰੇ ਮਾਲਕ ਦੇ ਕੋਲ ਹੈ, ਪੂਜਾ ਬਾਂਗ ਮਸੱਲਾ ਧਾਰੀ ਮੇਰੇ ਮਾਲਕ ਦੇ ਕੋਲ, ਹਾਜੀਆਂ ਦੇ ਵਾਂਗੂ ਉਜੂ ਕਰਨ ਦੇ ਲਈ ਪੂਜਾ ਵੀ ਹੈ, ਉਹ ਬਾਂਗ ਭਾਵ ਕੇ ਨਮਾਜ਼ ਅਦਾ ਕਰਨ ਦਾ ਵੀ ਮੇਰੇ ਮਾਲਕ ਜੀ ਉੱਥੇ ਕਰਤੱਵ ਕਰਦੇ ਨੇ। ਤੇ ਉਸ ਤੋਂ ਬਾਅਦ ਉਹਨਾਂ ਕੋਲ ਮਸੱਲਾ ਜਿਹੜੇ
वस्त्र के उत्ते बैठ करके मुसलमान वीर नमाज अदा करते हैं। उस वस्त्र नूं कहा जाता है मसला। वो मसला भी मेरे मालिक के हाथ में है, भाव पूरा हाजियां दे वाला मेरे मालिक ने भेख बनाया होया है। सुता जाए मसीत विच जिथे हाजी हज गुजारी, जिथे हाजी लोग रुके हुए ने, मेरे मालिक भी उसे मसीत दे विच जाके रुकदे ने। उन्हां कास हाजियां दे नाल, उन्हां धर्मी लोकां दे नाल गलबात भी हुंदी है। सारे कहंदे देखो असीं खुदा दे घर आ गए, मक्के नूं काबे नूं कहंदे असीं खुदा दे घर आ गए, काबे दे विच आ गए हां। ते धन गुरु नानक देव महाराज ने फिर वही गल विचारी, ये भोले वैद दे वांगू केवल शरीर दा इलाज कर रहे ने, इन्हां नूं अंदरले रोग दा नहीं पता। एक केवल एक इमारत नूं, एक टिकाणे नूं खुदा दा घर समझी बैठे ने, पर खुदा दा घर ये नहीं है। खुदा दा वासा केवल इत्थे नहीं है। हाँ ये जरूर है कि खुदा दा वासा इत्थे भी है, पर जेकर ये कहिए कि खुदा दा वासा केवल इत्थे ही है ते मनुख अज्ञानता दे विच है। जिवें ये आपां भी कह लईए, आपां ये ते कह सकदे हां कि गुरुद्वारे दे विच भी वाहिगुरू दा निवास है, पर जेकर ये कहिए कि गुरुद्वारे दे विच ही निवास है ते फिर असीं भी अज्ञानता दे हनेरे दे विच हां। असीं कहने हां गुरु घर आके कि देखो जी इत्थे दा सच बोलो, झूठ ना बोलो, गुरु घर खड़े हो। मुबारक है, गुरु घर खड़ के झूठ नहीं सी बोलना चाहिए, पर केवल गुरु घर ही सानू बाहर भी किते भी झूठ नहीं बोलना चाहिए। असीं कहने गुरु दी हजूरी है, उच्चा ना बोल, लफ्ज ऐसे ना कर जेड़े शोभा नहीं देंदे, सभ्याचारक नहीं ने। पर फिर वही गल कि केवल गुरुद्वारे ही क्यों, बाहर क्यों नहीं, क्योंकि गुरु दा वासा ते सारियां थावां दे उत्ते है। गुरुदेव जी ने विचार की कि लोग उस भोले वैद के वांगू भुलेखे दे विच ने, ते गुरुदेव ने उन्हां दा भुलेखा दूर करन दे लई, उन्हां दा इलाज करन दे लई उत्ते कौतक खेडिया। ओ खेड की सी ते मेरे मालिक जी उस स्थान दे उत्ते मक्के दे वल, काबे दे वल, खैर मक्का एक शहर दा नाम है, काबे दे वल पैर पसार के धन गुरु नानक देव महाराज जी लम्मे पै गए। प्रभात होई, जिन्हों असीं अमृत वेला कहने हां, वो आया। उत्थे दा काजी कह लईए। जीवन दा अर्थ विद्वानां ने चोट लत भी कहा है, सट भी कहा है, ते जीवन एक धार्मिक पुरुष दा, काजी दा, मुल्लां दा नाम भी कईयां जिक्र किया है। जीवन मारी लत दी केड़ा सुता कुफर कुफारी, उन्हां आंदे सार कहंदे एक लत मारी धन गुरु नानक देव महाराज दे पावन शरीर नूं कि केड़ा कुफारी, कुफर, झूठा, परमात्मा तो टुटिया होया मनुख इस तरह लम्मा पिया है। वो कहंदा है क्यों भाई उस खुदा दे घर दे वल पैर पसार के सुता है। धन गुरु नानक देव महाराज ने मौका संभालिया, आखन लगे हुण गल बनी। एक कहंदा खुदा दे घर वल पैर किते ने, इहदा इहो भुलेखा दूर करना कि खुदा दा घर कोई एक थां नहीं है। वो मालिक किसी एक थां ते नहीं बैठा। गुरुदेव फरमान लगे कि प्रभु प्यारिया कोई गल नहीं, जिधर खुदा दा घर नहीं है तो मेरे पैर उधर कर दे। जिधर खुदा दा घर नहीं है मेरे पैर उधर कर दे। टंगों पकड़ घसीटिया फिरिया मक्का कला दिखारी। मेरे मालिक कीतियां जदों टंगां पकड़ के लत्तां पकड़ के कहंदे उस काजी ने घुमाउण दा यतन कीता, घुमाया ते ओनू हर पासे काबा दिखदा है। हुण इहदे अर्थ विद्वान आपो अपने कीते ने, मैं उस विषय वाल नहीं जाना। बहुते विचार ते इहो ही है कि मक्का जां काबा, फिर कह दिया कि मक्का शहर का नाम है, वैसे उस पावन इमारत का नाम काबा है। ते जिवें असीं अमृतसर कह जिवें हरमंदर साहिब जाना, दर्शन दीदारे तो असीं हरमंदर साहिब दे करने हुंदे आ, पर असीं कहने की हां जी असीं अमृतसर जा रहे हैं। अमृतसर शहर का नाम है, पर साडी ये भावना कि अमृतसर शहर गए ते मानो हरमंदर साहिब ही गए हैं।
ਸਾਡੀ ਭਾਵਨਾ। ਉਸੇ ਤਰ੍ਹਾਂ ਮੱਕਾ ਸ਼ਹਿਰ ਦਾ ਨਾਮ ਹੈ ਤੇ ਕਾਬਾ ਉਸ ਮੁਬਾਰਕ ਇਮਾਰਤ ਦਾ ਨਾਮ ਹੈ, ਪਰ ਮੱਕਾ ਕਹਿ ਦਿੰਦੇ ਆ ਤੇ ਭਾਵ ਕਾਬੇ ਗਏ ਨੇ। ਉਸੇ ਤਰ੍ਹਾਂ ਕਹਿੰਦੇ ਨੇ ਕਿ ਉਹ ਕਾਬਾ ਘੁੰਮਿਆ, ਪਰ ਕਈਆਂ ਦੇ ਵਿਚਾਰ ਇਹ ਇੱਥੇ ਆ ਕੇ ਖੜਦੇ, ਉਹਨਾਂ ਦਾ ਮਨ ਨਹੀਂ ਮੰਨਦਾ। ਕਹਿੰਦੇ ਨਹੀਂ ਜੀ, ਉਹ ਜਦੋਂ ਗੁਰੂ ਨਾਨਕ ਨੇ ਆਖਿਆ ਕਿ ਜਿੱਧਰ ਖੁਦਾ ਦਾ ਕਰਨੀ ਉਧਰ ਲੱਤਾਂ ਕਰਦੇ, ਤੇ ਉਸ ਕਾਜ਼ੀ ਨੇ ਲੱਤਾਂ ਪਕੜ ਕੇ ਜਦੋਂ ਘੁਮਾਉਣ ਦਿਆ ਸੋਚਿਆ, ਉਹਦੇ ਮਨ ਅੰਦਰ ਖਿਆਲ ਆ ਗਈ ਕਿ ਵਾਕਈ ਮੈਂ ਹੁਣ ਕਿਹੜੇ ਪਾਸੇ ਲੱਤਾਂ ਕਰਾਂ, ਕਿਹੜੇ ਪਾਸੇ ਖੁਦਾ ਦਾ ਘਰ ਨਹੀਂ ਹੈ। ਦੋਵਾਂ ਹਾਲਤਾਂ ਦੇ ਵਿੱਚ ਉਸ ਕਾਜ਼ੀ ਨੂੰ ਉਹ ਕਾਬਾ, ਉਹ ਖੁਦਾ ਦਾ ਘਰ ਚਾਰੋਂ ਪਾਸੇ ਨਜ਼ਰ ਆਇਆ। ਉਹ ਲੱਤਾਂ ਛੱਡ ਕੇ ਤੇ ਖੜਾ ਹੋ ਗਿਆ ਕਿ ਐ ਫਕੀਰ, ਮੈਨੂੰ ਨਹੀਂ ਸਮਝ ਲੱਗ ਰਹੀ ਕਿ ਖੁਦਾ ਦਾ ਘਰ ਕਿਹੜੇ ਪਾਸੇ ਨਹੀਂ ਹੈ ਜਿੱਧਰ ਮੈਂ ਤੇਰੀਆਂ ਇਹਨਾਂ ਲੱਤਾਂ ਨੂੰ ਪੈਰਾਂ ਨੂੰ ਕਰਦੇ ਹਾਂ। ਗੁਰਦੇਵ ਇਹੋ ਸਮਝਾਉਣਾ ਚਾਹੁੰਦੇ ਸਨ ਕਿ ਭਾਈ ਤੁਸੀਂ ਬਾਹਰਲੇ ਸਰੀਰ ਦਾ ਇਲਾਜ ਕਰੀ ਜਾ ਰਹੇ ਹੋ, ਪਰ ਇਲਾਜ ਦੀ ਜ਼ਰੂਰਤ ਮਨ ਨੂੰ ਹੈ। ਅਸੀਂ ਪਰਮਾਤਮਾ ਨੂੰ ਬਾਹਰ ਲੱਭੀ ਜਾ ਰਹੇ ਹਾਂ, ਪਰ ਪਰਮਾਤਮਾ ਬਾਹਰ ਨਹੀਂ, ਪਰਮਾਤਮਾ ਅਸਲ ਵਿੱਚ ਅੰਦਰ ਹੈ। ਗੁਰੂ ਨਾਨਕ ਨੂੰ ਉੱਥੇ ਹੀ ਸਵਾਲ ਕੀਤਾ ਸੀ ਕਾਜ਼ੀਆਂ ਨੇ ਕਿ ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਏ। ਆਖਣ ਲੱਗੇ, ਨਾਨਕ ਐ ਪੀਰੇ ਹਿੰਦ, ਅਸੀਂ ਤੇਰੇ ਨਾਲ ਸਵਾਲ ਜਵਾਬ ਕਰਨ ਆਏ ਹਾਂ, ਪਰ ਸੱਚ ਜਾਣ ਅਸੀਂ ਤੇਰੇ ਨਾਲ ਤਰਕ ਕਰਨ ਨਹੀਂ ਆਏ, ਤੇਰੇ ਨਾਲ ਲੜਨ ਨਹੀਂ ਆਏ। ਤੂੰ ਜਿੱਡਾ ਵੱਡਾ ਸਾਂਗ ਵਰਤਾ ਦਿੱਤਾ ਹੈ ਨਾ, ਤੇ ਸਾਨੂੰ ਲੱਗਦਾ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਕੇਵਲ ਤੇਰੇ ਕੋਲ। ਉਹ ਸਵਾਲ ਕਰਦੇ ਨੇ, ਪੁੱਛਣ ਗੱਲ ਈਮਾਨ ਦੀ, ਈਮਾਨ ਕਹੀਏ ਧਰਮ। ਉਹ ਆਖਣ ਲੱਗੇ, ਤੇਰੇ ਕੋਲ ਅਸੀਂ ਤਰਕ ਵਿਤਰਕ ਕਰਨ ਨਹੀਂ ਆਏ, ਸੱਚ ਜਾਣ ਨਾਨਕ ਅਸੀਂ ਈਮਾਨ ਦੀ, ਅਸੀਂ ਧਰਮ ਦੀ ਗੱਲ ਪੁੱਛਣ ਆਏ ਹਾਂ। ਅਸੀਂ ਸਵਾਲ ਪੁੱਛ ਰਹੇ ਹਾਂ ਜਿਹਦੇ ਜਵਾਬ ਸਾਨੂੰ ਚਾਹੀਦੇ ਨੇ। ਉਹ ਤਰਕ ਲਈ ਨਹੀਂ ਹੈ, ਉਹ ਸਾਡੀ ਜਿਗਿਆਸਾ ਦੇ ਲਈ ਹੈ, ਸਾਡੇ ਗਿਆਨ ਦੇ ਲਈ ਹੈ। ਅਸੀਂ ਰੋਗ ਦੂਰ ਕਰਨਾ ਚਾਹੁੰਦੇ ਹਾਂ ਆਪਣੇ ਮਨ ਦਾ। ਪੁੱਛਣ ਗੱਲ ਈਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਏ। ਕਿਉਂ ਕਾਜ਼ੀ ਮੁੱਲਾ ਇਕੱਠੇ ਹੋ ਕਰਕੇ ਆਏ ਗੁਰੂ ਨਾਨਕ ਕੋਲ? ਕਹਿੰਦੇ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੱਡਾ ਸਾਂਗ ਇਸ ਮੱਕੇ ਦੀ ਧਰਤੀ ਦੇ ਉੱਤੇ ਵਰਤਾ ਦਿੱਤਾ। ਜਿਹੜੇ ਕੇਵਲ ਖੁਦਾ ਦਾ ਟਿਕਾਣਾ ਇੱਕ ਥਾਂ ਤੇ ਮੰਨੀ ਬੈਠੇ ਸਨ, ਉਹਨਾਂ ਨੂੰ ਖੁਦਾ ਚੌਗਿਰਦੇ ਦੇ ਵਿੱਚ ਸਾਰੇ ਪਾਸੇ ਨਜ਼ਰ ਆ ਗਿਆ। ਵੱਡਾ ਸੰਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਦੱਸੋ ਵੱਡਾ ਕੌਣ ਹੈ, ਹਿੰਦੂ ਕਿ ਮੁਸਲਮਾਨ? ਖੁਦਾ ਦੇ ਘਰ ਦੇ ਵਿੱਚ, ਭਗਵਾਨ ਦੇ ਘਰ ਦੇ ਵਿੱਚ ਪ੍ਰਮਾਣ ਹੋਇਆ ਜਾਵੇ ਤੇ ਕਿਵੇਂ ਹੋਇਆ ਜਾਵੇ? ਅਸੀਂ ਜਨੇਊ ਧਾਰਨ ਕਰ ਲਈਏ, ਬੋਧੀ ਰੱਖ ਲਈਏ, ਤਿਲਕ ਲਗਾ ਲਈਏ, ਗੰਗਾ ਤੇ ਇਸ਼ਨਾਨ ਕਰੀਏ, ਅਸੀਂ ਤਰਪਣ ਕਰੀਏ, ਗਾਇਤਰੀ ਪੜ੍ਹੀਏ, ਅਸੀਂ ਸੰਧਿਆ ਕਰੀਏ, ਜਾਂ ਫਿਰ ਸੁਨਨਤ ਕਰਾਈਏ, ਅਸੀਂ ਆਪਣੀਆਂ ਮੁੱਛਾਂ ਨੂੰ ਮੁੰਨੀਏ, ਜਾਂ ਫਿਰ ਅਸੀਂ ਨਮਾਜ਼ ਅਦਾ ਕਰੀਏ, ਅਸੀਂ ਕਾਬੇ ਦੀ ਜ਼ਿਆਰਤ ਜਾਈਏ, ਕੀ ਕਰੀਏ ਜਿਹਦੇ ਨਾਲ ਅਸੀਂ ਉਸ ਖੁਦਾ ਦੇ ਭਗਵਾਨ ਦੇ ਘਰ ਦੇ ਵਿੱਚ ਟਿਕਾਣਾ ਕਰ ਸਕੀਏ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਕੋਈ ਗੱਲ ਕਹੀ। ਆਖਣ ਲੱਗੇ, ਭੁਲੇਖੇ ਵਿੱਚੋਂ ਸਰੀਰ ਦਾ ਇਲਾਜ ਕਰੀ ਜਾ ਰਹੇ ਹੋ, ਰੋਗ ਲੱਗੇ ਮਨ ਨੂੰ। ਇਲਾਜ ਤੁਸੀਂ ਕਰ ਰਹੇ ਹੋ ਸਰੀਰ ਦਾ, ਭਾਵੇਂ ਤੁਸੀਂ ਬੋਧੀ ਰੱਖ ਲਓ ਤੇ ਭਾਵੇਂ ਤੁਸੀਂ ਲੰਮੇ ਕੇਸ ਰੱਖ ਲਓ ਤੇ ਭਾਵੇਂ ਤੁਸੀਂ ਮੁਸਲਮਾਨ ਭਰਾਵਾਂ ਦੇ ਵਾਂਗੂ ਇਹਨਾਂ ਕੇਸਾਂ ਨੂੰ ਕਟਾ ਲਵੋ। ਉਹ ਕਹਿੰਦੇ ਚਾਹੇ ਤੁਸੀਂ ਜਨੇਊ ਧਾਰਨ ਕਰ ਲਓ, ਚਾਹੇ ਤੁਸੀਂ ਸੁਨਨਤ ਕਰਾ ਲਓ, ਚਾਹੇ ਤੁਸੀਂ ਕਾਬੇ ਦੀ ਜ਼ਿਆਰਤ ਜਾਓ, ਚਾਹੇ ਤੁਸੀਂ ਗੰਗਾ ਦੇ ਬਨਾਰਸ ਦੀ ਧਰਤੀ ਦੇ ਉੱਤੇ ਤੀਰਥ ਯਾਤਰਾ ਕਰ ਲਵੋ, ਚਾਹੇ ਤੁਸੀਂ ਨਮਾਜ਼ ਅਦਾ ਕਰ ਲਓ ਤੇ ਚਾਹੇ ਤੁਸੀਂ ਸੰਧਿਆ ਇਤਿਆਦਿਕ ਕਰ ਲਓ, ਪਰ ਖੁਦਾ ਦੇ ਘਰ ਦੇ ਵਿੱਚ ਵਾਸਾ ਫੇਰ ਵੀ ਕੋਈ ਨਹੀਂ ਹੈ। ਦੋਵਾਂ ਵਿੱਚੋਂ ਕੋਈ ਵੀ ਕਰਮ ਭਾਵੇਂ ਕਰੀ ਜਾਓ। ਉਹ ਆਖਣ ਲੱਗੇ, ਕਮਾਲ ਦੀ ਗੱਲ ਹੋ ਗਈ ਨਾਨਕ, ਇਹੀ ਤੇ ਧਰਮ ਹੈ। ਜੇਕਰ ਇਹ ਕਰਕੇ ਵੀ ਉਸ ਮਾਲਕ ਦੇ ਘਰ ਵਾਸਾ ਨਹੀਂ ਮਿਲਣਾ ਤੇ ਫਿਰ ਮਿਲਣਾ ਕਿਵੇਂ ਹੈ? ਗੁਰਦੇਵ ਫਰਮਾਨ ਲੱਗੇ, ਇਹ ਸਾਰੀਆਂ ਚੀਜ਼ਾਂ ਕੇਵਲ ਵਿਚਾਰਧਾਰਾ ਨੂੰ ਪ੍ਰਗਟ ਕਰਦੀਆਂ ਨੇ, ਸਿਧਾਂਤ ਨੂੰ ਪ੍ਰਗਟ ਕਰਦੀਆਂ ਨੇ, ਪਰ ਇਹਨਾਂ ਸਿਧਾਂਤਾਂ ਦੇ ਰਾਹੀਂ ਜਿਹੜਾ ਅਸਲ ਕਾਰਜ ਕਰਨ ਵਾਲਾ ਹੈ
ਉਹ ਨਹੀਂ ਜੇ ਕੀਤਾ ਤੇ ਫਿਰ ਭਾਵੇਂ ਜੋ ਮਰਜ਼ੀ ਕਰੀ ਜਾਓ, ਹਿੰਦੂਆਂ ਵਾਲੇ ਕਰਮ ਚਾਹੇ ਮੁਸਲਮਾਨਾਂ ਵਾਲੇ ਕਰਮ, ਦੋਨੋਂ ਹੀ ਲੇਖੇ ਨਹੀਂ। ਉਹਨਾਂ ਨੇ ਵਚਨ ਕੀਤਾ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਘਰ ਦੇ ਵਿੱਚ ਬਾਬਾ ਆ ਕੇ ਹਾਜ਼ੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਏ। ਉਸ ਪਰਮਾਤਮਾ ਦੇ ਘਰ ਦੇ ਵਿੱਚ ਵਿਚਾਰ ਕੇਵਲ ਸ਼ੁਭ ਅਮਲਾਂ ਦੀ ਕੀਤੀ ਜਾਣੀ ਹੈ, ਤੇ ਜੇਕਰ ਸ਼ੁਭ ਅਮਲ ਨਹੀਂ ਹੈ ਤੇ ਫਿਰ ਭਾਵੇਂ ਜਨੇਊ ਹੈ, ਭਾਵੇਂ ਸੁਨਨਤ ਹੈ, ਭਾਵੇਂ ਨਮਾਜ਼ ਹੈ ਤੇ ਭਾਵੇਂ ਗਾਇਤਰੀ ਮੰਤਰ ਹੈ। ਗੁਰਦੇਵ ਫਰਮਾਨ ਲੱਗੇ ਦੋਨਾਂ ਦੇ ਹੀ ਲੇਖੇ ਕੋਈ ਨਹੀਂ ਜੇ ਪਾਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਇਹੀ ਸਵਾਲ ਕੀਤਾ ਸੀ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਕਾਜ਼ੀਆਂ ਨੇ। ਉਹਨਾਂ ਨੇ ਗੱਲ ਆਖੀ ਸੀ, ਆਖਣ ਲੱਗੇ ਬਹਾਦਰ ਸ਼ਾਹ ਤੁਹਾਡੀ ਤੇ ਨੇੜਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਤੁਸੀਂ ਉਹਨਾਂ ਨੂੰ ਪੁੱਛੋ ਤੇ ਸਹੀ ਕਿ ਇਸਲਾਮ ਵੱਡਾ ਧਰਮ ਹੈ ਜਾਂ ਹਿੰਦੂ ਧਰਮ ਜਾਂ ਸਿੱਖ ਧਰਮ। ਕਿਉਂਕਿ ਗੁਰੂਦੇਵ ਮਹਾਰਾਜ ਗੁਰੂ ਨਾਨਕ ਦੇ ਪੰਥੀ ਨੇ ਸਿੱਖ ਧਰਮ ਵੱਡਾ ਕਿ ਇਸਲਾਮ ਵੱਡਾ ਹੈ। ਚੁੱਕ ਸੀ, ਕਾਰਨ ਇਹ ਸੀ, ਮਨਸਾ ਇਹ ਸੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਦੇਣ ਕਿ ਸਿੱਖ ਧਰਮ ਵੱਡਾ ਹੈ, ਹਜ਼ਰਤ ਸਾਹਿਬ ਨਾਲੋਂ ਨਾਨਕ ਵੱਡੇ ਨੇ, ਤੇ ਸਾਨੂੰ ਮੌਕਾ ਮਿਲ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਬੋਲਣ ਦਾ, ਸਾਨੂੰ ਮੌਕਾ ਮਿਲ ਜਾਏਗਾ ਬਹਾਦਰ ਸ਼ਾਹ ਨੂੰ ਭੜਕਾਉਣ ਦਾ। ਤੇ ਉਹਨੇ ਸਵਾਲ ਕੀਤਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ, ਇਸਲਾਮ ਕਹਿੰਦਾ ਹੈ ਕਿ ਜਿਹੜਾ ਮਨੁੱਖ ਇਸਲਾਮ ਦਾ ਧਾਰਨੀ ਬਣਦਾ ਹੈ ਉਹ ਖੁਦਾ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਤੇ ਜਿਹੜਾ ਇਸਲਾਮ ਦਾ ਧਾਰਨੀ ਨਹੀਂ ਹੁੰਦਾ ਉਹ ਦਰਗਾਹ ਦੇ ਵਿੱਚ ਠੋਕਰਾਂ ਖਾਂਦਾ ਹੈ, ਉਹ ਧੱਕੇ ਖਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਸੀਂ ਦੱਸੋ ਇਹਦੇ ਬਾਰੇ ਕੀ ਵਿਚਾਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਬਹਾਦਰ ਸ਼ਾਹ ਮੈਂ ਤੇਰੀ ਗੱਲ ਦਾ ਜਵਾਬ ਦੇਣਾ ਹਾਂ। ਉਹਨਾਂ ਨੇ ਇੱਕ ਸਿੱਕਾ ਕੱਢਿਆ, ਸਿੱਖ ਨੂੰ ਆਖਿਆ ਜਾਓ ਬਾਜ਼ਾਰ ਦੇ ਵਿੱਚੋਂ ਇਹਦੇ ਨਾਲ ਕੁਝ ਖਰੀਦ ਕੇ ਲੈ ਕੇ ਆਓ। ਉਹ ਚਲਾ ਗਿਆ। ਜਦੋਂ ਉਹ ਗਿਆ ਸਿੱਖ ਵਾਪਸ ਪਰਤ ਆਇਆ, ਆਖਣ ਲੱਗਾ ਸਤਿਗੁਰੂ ਇਹਦਾ ਕੁਝ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਆਖਣ ਲੱਗੇ ਇਹ ਸਿੱਕਾ, ਇਹ ਕਰੰਸੀ ਬਾਜ਼ਾਰ ਵਿੱਚ ਚੱਲੀ ਨਹੀਂ, ਕਿਸੇ ਨੇ ਲਈ ਨਹੀਂ। ਬਹਾਦਰ ਸ਼ਾਹ ਨੇ ਉਸ ਸਿੱਕੇ ਨੂੰ ਹੱਥ ਵਿੱਚ ਪਕੜਿਆ ਤੇ ਵੇਖ ਕੇ ਕਹਿਣ ਲੱਗਾ ਸਤਿਗੁਰੂ ਇਹ ਨਹੀਂ ਜੇ ਚੱਲਣਾ। ਕਿਉਂ ਨਹੀਂ ਚੱਲਣਾ? ਕਹਿੰਦੇ ਇਹ ਤੇ ਲੋਧੀ ਖਾਨਦਾਨ ਦੀ ਕਰੰਸੀ ਹੈ, ਇਹ ਰਾਜ ਤੇ ਕਦੋਂ ਦਾ ਖਤਮ ਹੋ ਗਿਆ, ਹੁਣ ਸਾਡਾ ਰਾਜ ਹੈ, ਮੁਗਲਾਂ ਦਾ ਰਾਜ ਹੈ, ਹੁਣ ਸਾਡੀ ਕਰੰਸੀ ਚੱਲੇਗੀ, ਇਹ ਕਰੰਸੀ ਨਹੀਂ ਚੱਲਣੀ, ਇਹਦਾ ਕਿਸੇ ਨੇ ਕੱਖ ਨਹੀਂ ਜੇ ਦੇਣਾ। ਗੁਰਦੇਵ ਨੇ ਦੂਜਾ ਸਿੱਕਾ ਕੱਢਿਆ, ਆਖਣ ਲੱਗੇ ਸਿੱਕਾ ਇਹਦਾ ਲੈ ਕੇ ਆ। ਉਹ ਗਿਆ, ਫਿਰ ਵਾਪਸ ਪਰਤ ਆਇਆ, ਸਤਿਗੁਰੂ ਨਹੀਂ ਕੁਝ ਮਿਲਿਆ, ਕਿਸੇ ਨੇ ਕਰੰਸੀ ਲਈ ਨਹੀਂ। ਬਹਾਦਰ ਸਾਹਿਬ ਫਿਰ ਵੇਖਦਾ ਹੈ, ਆਖਣ ਲੱਗੇ ਜੀ ਕਰੰਸੀ ਤਾਂ ਮੇਰੇ ਰਾਜ ਦੀ ਹੋਏ, ਚੱਲੀ ਕਿਉਂ ਨਹੀਂ? ਉਹਨਾਂ ਪਰਖ ਕਰਾਈ ਤੇ ਆਖਣ ਲੱਗੇ ਸਤਿਗੁਰੂ ਕਰੰਸੀ ਬੇਸ਼ੱਕ ਮੇਰੇ ਰਾਜ ਦੀ ਹੈ, ਮੇਰੀ ਫੋਟੋ ਤਸਵੀਰ ਵੀ ਛਪੀ ਹੈ, ਮੋਹਰ ਲੱਗੀ ਹੈ, ਪਰ ਇਹਦੇ ਵਿੱਚ ਜਿੰਨੀ ਮਿਕਦਾਰ ਦੇ ਵਿੱਚ ਸੋਨਾ ਜਾਂ ਚਾਂਦੀ ਹੋਣਾ ਚਾਹੀਦਾ ਸੀ ਉਹ ਹੈ ਨਹੀਂ, ਇਹ ਖੋਟਾ ਹੈ, ਇਸ ਕਰਕੇ ਇਹ ਨਹੀਂ ਚੱਲੇਗਾ। ਗੁਰਦੇਵ ਫਰਮਾਨ ਲੱਗੇ ਬਹਾਦਰ ਸ਼ਾਹ ਇਹ ਤੇਰੇ ਸਵਾਲ ਦਾ ਜਵਾਬ ਹੈ। ਇੱਕ ਕਰੰਸੀ ਉਹ ਸੀ ਜਿਹਦੇ ਵਿੱਚ ਤੋਲ ਪੂਰਾ ਹੈ, ਸੋਨਾ ਚਾਂਦੀ ਜੋ ਪਦਾਰਥ ਹੋਣਾ ਚਾਹੀਦਾ ਪੂਰਾ ਹੈ, ਉਹਦੇ ਉੱਤੇ ਮੋਹਰ ਵੀ ਲੱਗੀ ਹੋਈ ਹੈ, ਪਰ ਆਖਦੇ ਉਹ ਤੇਰੇ ਰਾਜ ਦਾ ਨਹੀਂ ਸੀ, ਇਸ ਕਰਕੇ ਨਹੀਂ ਚੱਲਿਆ। ਉਹਦੇ ਉੱਤੇ ਤੇਰੀ ਫੋਟੋ ਨਹੀਂ ਸੀ, ਤੇਰੀ ਮੋਹਰ ਨਹੀਂ ਸੀ, ਨਹੀਂ ਚੱਲਿਆ, ਇਸ ਕਰਕੇ ਭਾਵੇਂ ਕਿ ਸੋਨਾ ਚਾਂਦੀ ਉਹਦੇ ਵਿੱਚ ਪੂਰਾ ਹੈ। ਦੂਜੇ ਪਾਸੇ ਮੈਂ ਇੱਕ ਸਿੱਕਾ ਐਸਾ ਦਿੱਤਾ ਜਿਹਦੇ ਵਿੱਚ ਤੇਰੀ ਤਸਵੀਰ ਵੀ ਹੈ, ਤੇਰੀ ਮੋਹਰ ਵੀ ਹੈ, ਪਰ ਉਹਦੇ ਵਿੱਚ ਸੋਨਾ ਚਾਂਦੀ ਦੀ ਮਿਕਦਾਰ ਪੂਰੀ ਨਹੀਂ, ਉਹ ਤਾਂ ਵੀ ਨਹੀਂ ਚੱਲਿਆ। ਬਸ ਆਖਣ ਲੱਗੇ ਬਹਾਦਰ ਸ਼ਾਹ ਖੁਦਾ ਦੇ ਘਰ ਦੇ ਵਿੱਚ ਵੀ ਇਹੀ ਹੈ। ਜਿਹੜਾ ਮਨੁੱਖ ਬਾਹਰੋਂ ਦਾਵਾ ਕਰਦਾ ਮੈਂ ਸੰਪੂਰਨ ਹਾਂ, ਮੈਂ ਕੇਸਾ ਧਾਰੀ ਵੀ ਹਾਂ, ਮੈਂ ਤਿਲਕ ਧਾਰੀ ਵੀ ਹਾਂ, ਮੈਂ ਜੰਜੂ ਪਹਿਨਿਆ ਹੈ, ਮੈਂ ਸੁਨਨਤ ਕਰਾਈ ਹੈ ਜੀ, ਬਾਹਰੋਂ ਸਰੀਰ ਦੇ ਉੱਤੇ ਧਰਮ ਨੂੰ ਪੂਰੀ ਤਰ੍ਹਾਂ ਪ੍ਰਭਾਵੀ ਰੂਪ ਦੇ ਵਿੱਚ ਲਾਗੂ ਕੀਤਾ ਹੋਇਆ, ਪਰ ਅੰਦਰ ਨਾਮ ਨਹੀਂ, ਅੰਦਰ ਪਿਆਰ ਨਹੀਂ, ਅੰਦਰ ਸ਼ੁਭ ਅਮਲ ਨਹੀਂ। ਪਰ ਮਾਲਕ ਫਰਮਾਨ ਲੱਗੇ ਉਹ ਉਸੇ ਲੋਧੀਆਂ ਦੇ ਸਿੱਕੇ ਦੇ ਵਰਗਾ ਹੈ, ਲੋਧੀਆਂ ਦੇ ਸਿੱਕੇ ਦੇ ਵਰਗਾ ਹੈ। ਗੁਰਦੇਵ ਫਰਮਾਨ ਲੱਗੇ ਨਹੀਂ ਪ੍ਰਵਾਨ ਉਸ ਦੇ ਘਰ
पर दूजे पासे जिहड़ा आखदा है कि देखो जी मैं अंदरों सच्चा, मैं अंदरों पक्का, पर बाहरी तौर ते वो धर्म कमाउण तो कोहां दूर है, ते खुदा दे घर दे विच वो भी प्रवान कोई नहीं। मालिक ने ते इत्थे ही कह दिता सी कि भाई आप तुमको तुम्हारा खूब, हमको हमारा खूब। मैं फिर बेनती करदे हां कि असीं दावे करदे हां साडा मन बड़ा सच्चा है जी, मन बड़ा सच्चा है। मेरी गल नूं गुस्सा ना मनायो, पर असीं समझिए इस गल नूं। कई बार ना मनुख ये गल कह दिंदा है, देखो साडा जी नहीं करदा धर्म अपनाउण नूं, बाणा पहनण नूं, वो वखरी गल है। असीं कह सकदे हां कि साडा हाले मन नहीं हैगा, जां असीं आम तौर ते कह दिंदे हां जी गुरु दी हाले किरपा नहीं होई, असीं ये जवाब दे दिंदे हां। पर जदों असीं ये गल कहने हां ना कि फिर की होया जे केस कटाए है जी मन सच्चा चाहिए, साडा मन सच्चा है जी। फिर की होया जे मैं दाड़ा कटाया जी मेरा मन सच्चा है जी। फिर की होया जे मैं अमृत नहीं छकिया ते मेरा मन सच्चा है जी। मैं कहना मन सच्चा किवें मनीए मन सच्चा है? जेकर खुदा ने परमात्मा ने साडे इस शरीर नूं बदलना शुरू कर दिता, परमात्मा चाहुंदे साडे इस शरीर दे केस चिट्टे हो जाण, परमात्मा चाहुंदे साडा दाड़ा चिट्टा हो जाए, लोग सानू ये वेखण के ये हुण एक वडेरी उम्र वाला हो गया है ते असीं ओदे उत्ते पर्दा पाउण लग जाने आ, ਉਹਨੂੰ ਲੁਕਾਉਣ ਲੱਗ ਪੈਨੇ ਆ। ਅਸੀਂ ਕਾਲੇ ਕਰ ਲੈਨੇ ਆ ਜੀ, ਕਟਾ ਲੈਨੇ ਆ ਜੀ, ਅਸੀਂ ਵੱਡੀ ਉਮਰ ਵਾਲੇ ਲੱਗਦੇ ਆ, ਕਟਾ ਲਈਏ ਜਾਂ ਰੰਗ ਲਈਏ, ਕਾਹਦੇ ਲਈ? ਜਦੋਂ ਅਸੀਂ ਪਰਮਾਤਮਾ ਦੀ ਅਮਾਨਤ ਦੇ ਵਿੱਚ ਖਿਆਨਤ ਪਾਣੀ ਸ਼ੁਰੂ ਕਰ ਦਿੱਤੀ, ਪਰਮਾਤਮਾ ਜਿਵੇਂ ਸਾਨੂੰ ਰੱਖਣਾ ਚਾਹੁੰਦਾ ਹੈ ਅਸੀਂ ਉਹਦੇ ਤੇ ਪਰਦਾ ਪਾਉਣ ਲੱਗ ਪਏ, ਤੇ ਫਿਰ ਦਾਅਵਾ ਕਿਵੇਂ ਕਰੀਏ ਕਿ ਸਾਡਾ ਮਨ ਸੱਚਾ ਜਾਂ ਅਸੀਂ ਸੱਚੇ ਆ? क्योंकि पर्दा हमेशा खिमा करना झूठ के उत्ते पाया जाता है, सच ते पर्दा नहीं के पाया जाता। इस गल नूं मन्नीए। मेरे कहण दा भाव यह है कि जदों असीं ये कहने हैं कि फिर की होया साडा मन सच्चा है, ते गुरु प्यारिओ फिर जिन्हां गुरु साहिबानां ने जां गुरु के प्यारियां ने इन्हां निशानियां दे लई, ककारां दे लई, सिद्धांतां दे लई अपना तन मन कुर्बान कर दिता, परिवार कुर्बान कर दिता, अपनी जमीन जायदाद सब कुछ निछावर कर दिती, कि उन्हां दा मन सच्चा नहीं सी? सच्चा सी ना। ते गुरु नानक देव महाराज ने वचन कीता कि ऐ काजियों असल दे विच परमात्मा दे घर दे विच वासा जिहड़ा होना है ना, उसे दा होना जिहदे अमल शुभ ने, ते शुभ अमलों तो बिना परमात्मा दे घर दे विच किसे दा भी वासा नहीं है। भावें वो बोधीधारी है ते भावें केस कटाण वाला, भावें सुन्नत वाला, भावें जनेऊ वाला। धन गुरु नानक देव महाराज ने जेड़े बोल वैद नूं कहे सन, वैदा वैद सवैद तूं, जां वैद बुलाया वैद की पकड़ ढंढोले बांह, भोला वैद ना जानी करक कलेजे माह, तू शरीर दा इलाज कर रहे हैं पर इलाज की लोड़ मन नूं है। उसी तरह असीं इस गल नूं पल्ले बनीए कि गुरबाणी गुरु ग्रंथ साहिब महाराज जी दे बोल केवल साडे शरीर तक सीमित नहीं ने, ये शरीर दा विषय नहीं है। अज गुरु घर जेड़े ने ना बहुतात तौर ते साडे आम गल कही जाती है ते मरण पढ़ने दा साधन रह गया जी। विआह करवाना गुरुद्वारे चाहिए ने, किसी का बच्चा जन्म होया जी उहदा जन्म संस्कार करना चाहिए, करना पैना सानू गुरुद्वारा चाहिए जी। किसी का भोग पाना जी सानू गुरुद्वारा चाहिए जी। असीं इस करके गुरुद्वारे की जिहड़ी अहमियत वो समझण लग पे कि गुरुद्वारा सानू तां चाहिए क्योंकि असीं इत्थे विआह करने हैं, इत्थे भोग पाने ते खुशी गमी दे प्रोग्राम करने ने। नहीं, गुरुद्वारा इस लई नहीं चाहिए, गुरुद्वारा इस लई चाहिए तां जो असीं गुरु की हजूरी दे विच बैठ करके समत प्राप्त कर सकीए। एक इतिहास की गाथा है कि मैं खिमांदा जाचक हो जावां कि दूजी पहली जंग दे विच, पहली विश्व जंग दे विच आप जी ने सुनिया होवेगा कि जदों अंग्रेजां ने सिख फौजियां नूं इस जंग दे विच शामिल कीता ते उन्हां नूं विदेशां दी धरती ते भेजना शुरू कीता ते गुरु के सिखां ने आख्या सी चले जावांगे पर असीं गुरु ग्रंथ साहिब महाराज जी दे स्वरूप तो बिना नहीं जा सकदे। सानूं गुरु ग्रंथ साहिब महाराज जी दा स्वरूप चाहिए सी, नाल लैके जाना है। वो कहण लगे बिल्कुल नहीं,
ਜੰਗ ਦੇ ਵਿੱਚ ਕਿਵੇਂ ਇਹ ਪੂਰਾ ਜਿਵੇਂ ਤੁਸੀਂ ਲੈ ਕੇ ਜਾਂਦੇ ਸਰੂਪ ਨਹੀਂ ਲਿਜਾਇਆ ਜਾ ਸਕਦਾ। ਉਹ ਕਹਿੰਦੇ ਜੇਕਰ ਗੁਰੂ ਮਹਾਰਾਜ ਦੇ ਸਵਰੂਪ ਨਹੀਂ ਜਾਣਗੇ ਤੇ ਅਸੀਂ ਵੀ ਨਹੀਂ ਜਾਵਾਂਗੇ। ਫਿਰ ਉਹਨਾਂ ਛੋਟੇ ਛੋਟੇ ਸਵਰੂਪ, ਸਭ ਤੋਂ ਛੋਟਾ ਸਵਰੂਪ ਜਿਹੜਾ ਹੈ ਉਹ ਤਿਆਰ ਕਰਵਾਏ ਤੇ ਗੁਰੂ ਕੇ ਸਿੱਖਾਂ ਨੇ ਆਪਣੀ ਦਸਤਾਰ ਦੇ ਵਿੱਚ ਉਹ ਸਵਰੂਪ ਰੱਖ ਕੇ ਫਿਰ ਵਿਦੇਸ਼ਾਂ ਦੀ ਧਰਤੀ ਤੇ ਪਲਾਇਨ ਕੀਤਾ। ਉਸ ਜੰਗ ਦੇ ਵਿੱਚ ਹਿੱਸਾ ਲਿਆ। ਕੀਨੀਆ ਦੀ ਧਰਤੀ ਤੇ ਜਦੋਂ ਸਿੱਖ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਲੈ ਕੇ ਜਾਂਦੇ ਨੇ। ਉੱਥੇ ਉਹਨਾਂ ਦਾ ਪਰਿਵਾਰ ਨਹੀਂ ਹੈ, ਉੱਥੇ ਉਹਨਾਂ ਦੇ ਆਪਣੇ ਲੋਕ ਨਹੀਂ ਨੇ, ਜ਼ਮੀਨਾਂ ਨਹੀਂ ਨੇ, ਕੇਵਲ ਕੁਝ ਕੁ ਲੋਕ ਜਾਂਦੇ ਨੇ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਡਾ ਪਰਿਵਾਰ ਨਹੀਂ ਤੇ ਨਾ ਸਹੀ, ਸਾਡੇ ਸਗੇ ਸੰਬੰਧੀ ਨਹੀਂ ਤੇ ਨਾ ਸਹੀ, ਪਰ ਅਸੀਂ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਜ਼ਰੂਰ ਲੈ ਕੇ ਜਾਣਾ। ਜੇ ਗੁਰੂ ਨਾਲ ਹੈ ਤਾਂ ਸਭ ਕੁਝ ਹੀ ਨਾਲ ਹੈ। ਸੋ ਇਸ ਕਰਕੇ ਗੁਰੂ ਪਿਆਰਿਓ, ਗੁਰਦੁਆਰੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਸਾਡੇ ਦੁਨਿਆਵੀ ਕਾਰਜਾਂ ਦਾ ਸਾਧਨ ਨਹੀਂ ਹੈ, ਇਹ ਦਰਗਾਹੀ ਕਾਰਜ ਸੰਪੂਰਨ ਕਰਨ ਦਾ ਇੱਕ ਸਾਧਨ ਹੈ, ਇੱਕ ਬਖਸ਼ਿਸ਼ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਅਸੀਂ ਵੀ ਯਤਨ ਕਰੀਏ ਕੇਵਲ ਸਰੀਰਾਂ ਦੇ ਇਲਾਜਾਂ ਤੇ ਨਾ ਆਪਾਂ ਸੀਮਿਤ ਰਹਿ ਜਾਈਏ। ਇਸ ਬਾਣੀ ਨੂੰ ਆਪਣੇ ਧੁਰ ਤੱਕ ਲੈ ਕੇ ਜਾਈਏ। ਇਸ ਬਾਣੀ ਨੇ ਇਲਾਜ ਸਾਡੇ ਮਨ ਦਾ ਕਰਨਾ ਹੈ, ਸਾਡੇ ਤਨ ਦੇ ਇਲਾਜ ਦੀ। ਇਸ ਬਾਣੀ ਦੇ ਲਈ ਮੈਂ ਸਮਝਦਾ ਹਾਂ ਜੇਕਰ ਇਸਤੇਮਾਲ ਕਰੀਏ ਤਾਂ ਉਹ ਇਸੇ ਤਰ੍ਹਾਂ ਜਿਵੇਂ ਇੱਕ ਮਨੁੱਖ ਦਾ ਸਾਥੀ ਹੋਵੇ ਸ਼ੇਰ ਤੇ ਉਹਦੇ ਦੋ ਦੁਸ਼ਮਣ ਹੋਣ, ਇੱਕ ਕੀੜੀ ਤੇ ਇੱਕ ਹਾਥੀ, ਤੇ ਮਨੁੱਖ ਆਪਣੇ ਉਸ ਸ਼ੇਰ ਮਿੱਤਰ ਦੇ ਕੋਲੋਂ ਕੀੜੀ ਨੂੰ ਮਰਵਾਉਣ ਲੱਗ ਪਏ ਤਾਂ ਉਹਦੀ ਬੇਵਕੂਫੀ ਹੈ। ਜੇ ਮਰਵਾਣਾ ਹੀ ਹੈ, ਸਾਹਮਣਾ ਕਰਵਾਣਾ ਹੀ ਹੈ ਤੇ ਸ਼ੇਰ ਦਾ ਹਾਥੀ ਦੇ ਨਾਲ ਕਰਵਾਈਏ। ਉਸੇ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿੱਚ ਦੋ ਤਰ੍ਹਾਂ ਦੇ ਦੁੱਖ ਨੇ, ਇੱਕ ਸੰਸਾਰਿਕ ਤੇ ਇੱਕ ਉਸ ਪਰਮਾਤਮਾ ਤੋਂ ਟੁੱਟਣ ਦਾ ਦੁੱਖ ਹੈ। ਸੰਸਾਰੀ ਦੁੱਖ ਤੇ ਬੜੀ ਛੋਟੀ ਚੀਜ਼ ਨੇ, ਇਹ ਆਉਂਦੇ ਜਾਂਦੇ ਰਹਿੰਦੇ ਨੇ, ਕਦੇ ਦੁੱਖ ਤੇ ਕਦੇ ਸੁੱਖ। ਪਰ ਜੇਕਰ ਪਰਮਾਤਮਾ ਤੋਂ ਟੁੱਟਣ ਦਾ ਦੁੱਖ ਅੱਜ ਦੂਰ ਨਾ ਹੋਇਆ ਤੇ ਫਿਰ 84 ਲੱਖ ਦਾ ਗੇੜ ਹੈ, ਚੱਲੀ ਜਾਣਾ ਹੈ। ਇਸ ਕਰਕੇ ਗੁਰੂ ਕੋਲੋਂ ਸੰਸਾਰਿਕ ਦੁੱਖਾਂ ਦੀ ਨਿਵਰਤੀ ਨਾ ਮੰਗੀਏ, ਬਲਕਿ ਉਸ ਪਰਮਾਤਮਾ ਤੋਂ ਵਿਛੋੜੇ ਦੇ ਦੁੱਖ ਦੀ ਨਿਵਰਤੀ ਮੰਗੀਏ। मेरा मालिक कृपा करे। इतने को बोल आप जी ने प्रवान करने को दान और शुकराना धन्यवाद। साहिब श्री गुरु ग्रंथ साहिब महाराज जी का आप समूह संगत का ਅਤੇ ਸਤਿਕਾਰਯੋਗ ਮਾਸਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਇਤਨੇ ਕੋ ਬੋਲ ਪ੍ਰਵਾਨ ਕਰਨੇ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।